ਹੋ ਰਹੀ ਹੈ ਗੇਮ ਹੈ ਹੋ ਰਹੀ ਹੈ ਕਿ ਜਿਨ੍ਹਾਂ ਦਾ ਆਪਣਾ ਅਕੀਦਾ ਵਿਗੜਿਆ ਉਹ ਕਾਦੀਆਨੀਆਂ ਨਾਲ ਜਦੋਂ ਡਿਬੇਟ ਕਰਨਗੇ ਤੇ ਹਾਲਾਤ ਕੀ ਹੋਣਗੇ। ਮੈਨੂੰ ਤੇ ਇਹ ਟੈਨਸ਼ਨ ਪੈ ਗਈ ਹੈ। ਮਤਲਬ ਉਹ ਕੀ ਚੀਜ਼ ਸਾਬਤ ਕਰਨਗੇ, ਕਿਹੜੀ ਚੀਜ਼ ਦੀ ਨਫੀ ਕਰਨਗੇ। ਹੁਣ ਕਾਦੀਆਨੀ ਵੀ ਇਹਨਾਂ ਦੇ ਨਾਲ ਸ਼ੌਕ ਨਾਲ ਗੱਲ ਕਰਦੇ ਨੇ ਕਿ ਭਾਈ ਅਸੀਂ ਇਹਨਾਂ ਨਾਲ ਗੱਲ ਕਰਨੀ ਹੈ। ਹੁਣ ਇਹ ਇੱਥੋਂ ਇਹ ਚੀਜ਼ਾਂ ਦੱਸ ਰਹੀਆਂ ਨੇ ਕਿ ਦਾਲ 'ਚ ਕੁਝ ਦਾਲ 'ਚ ਕਾਲਾ ਚੱਲ ਰਿਹਾ ਹੈ, ਕੁਝ ਡਰਾਮਾ ਚੱਲ ਰਿਹਾ ਹੈ। ਸ਼ਾਹ ਜੀ ਉਸ ਦਿਨ ਨਾ ਮੈਂ ਤੁਹਾਨੂੰ ਇੱਕ ਰੂਦਾਤ ਸੁਣਾਉਣਾ ਵਾ ਇੱਕ ਬਰਾੜ ਦੀ। ਉਹ ਸੀ ਗਾਲਿਬਨ ਹੁਸੈਨੀ ਸਾਹਿਬ ਦੀ ਬਰਾੜ ਸੀ ਮੇਰੇ ਖਿਆਲ ਦੇ ਨਾਲ। ਹੁਣ ਉੱਥੇ ਪੀਰ ਅਸਕਾਨੀ ਸਾਹਿਬ ਵੀ ਬੈਠੇ ਦੇ ਸਨ ਤੇ ਮਲਕ ਕੈਸਰ ਵੀ ਬੈਠਾ ਦਾ ਸੀ, ਠੀਕ ਹੈ ਜੀ। ਹੁਣ ਉੱਥੇ ਉਹਨਾਂ ਨੇ ਕੀ ਕੀਤਾ ਜਨਾਬ ਕਿ ਆਪਣੇ ਵੱਲੋਂ ਬੰਦੂਕਾਂ ਦਾ ਰੁੱਖ ਜਿਹੜਾ ਵੇ ਨਾ ਉਹ ਇਹਨਾਂ ਦੋਵਾਂ ਦਾ ਆਪਸ 'ਚ ਕਰਵਾਤਾ। ਉਹਨਾਂ ਨੇ ਕਿਹਾ ਪੀਰ ਅਸਕਾਨੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਹਜ਼ਰਤ ਈਸਾ ਅਲੈਹਿ ਸਲਾਮ ਹਯਾਤ ਨੇ ਤੇ ਤੁਹਾਡੇ ਨਾਲ ਜਿਹੜਾ ਬੈਠਾ ਦਾ ਮਲਕ ਕੈਸਰ ਹੈ ਕਹਿੰਦਾ ਕਿ ਹਜ਼ਰਤ ਈਸਾ ਅਲੈਹਿ ਸਲਾਮ ਫੌਤ ਹੋ ਗਏ ਦੇ ਨੇ, ਤੇ ਪਹਿਲੇ ਤੁਸੀਂ ਆਪਸ 'ਚ ਤੇ ਫੈਸਲਾ ਕਰ ਲਓ ਕਿ ਹਜ਼ਰਤ ਈਸਾ ਅਲੈਹਿ ਸਲਾਮ ਜਿੰਦਾ ਨੇ ਕਿ ਫੌਤ ਹੋ ਗਏ ਦੇ ਨੇ। ਹੈਲੋ ਵੇਖਿਆ ਜੇ ਨਾ ਉਹ ਤੇ ਤਮਾਸ਼ਾ ਲੱਗਾ ਜਿੱਦਾਂ ਕਿ ਹਿਸਾਬ ਨੇ ਵੇਖ ਲਓ ਯਾਰ। ਅਜੀਬ ਸੂਰਤ ਹਾਲ ਅੱਲਾ ਦੀ ਕਸਮ ਬਣ ਗਈ ਏ। ਹਜ਼ੂਰ ਆਲਾ ਸ਼ਾਨ ਇੱਕ ਬੰਦੇ ਦੀ ਵਜ੍ਹਾ ਤੋਂ ਨਾ ਉਹ ਇੱਕ ਬੰਦਾ ਨਹੀਂ ਜੀ ਭਾਈ ਜੀ, ਇੱਕ ਬੰਦਾ ਨਹੀਂ ਹੈ, ਪੂਰੀ ਗੈਂਗ ਬਣ ਗਈ ਏ। ਇੱਕ ਬੰਦਾ ਨਹੀਂ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਜੋ ਇੱਥੇ ਸਮਝਾਉਣਾ ਚਾਹ ਰਹੇ ਹਾਂ ਜਾਂ ਇੱਕ ਹੱਲ ਤਲਾਸ਼ ਕਰ ਰਹੇ ਹਾਂ, ਅਸੀਂ ਹੱਲ ਨਹੀਂ ਅਜੇ ਤੱਕ ਕੋਈ ਮਿਲਿਆ ਜੀ। ਸ਼ਾਹ ਜੀ ਬੈਠੇ ਨੇ ਤੇ ਆਮਰ ਮਿਰਜ਼ਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਸਭ ਤੋਂ ਬਿਹਤਰੀਨ ਉਹਨਾਂ ਨੇ ਗੱਲ ਕੀਤੀ ਹੈ ਕਿ ਅਮਨ ਦੀ ਭਾਈ ਨੂੰ ਨਾਲ ਬਿਠਾ ਕੇ ਇਹਨਾਂ ਨੂੰ ਨਾਲ ਬਿਠਾ ਕੇ ਪੀਰ ਅਸਕਾਨੀ ਸਾਹਿਬ ਵੀ ਬੈਠੇ ਹੋਣ ਤੇ ਇਹ ਸਾਰਾ ਮਾਮਲਾ ਜਿਹੜਾ ਇਹਨਾਂ ਨੂੰ ਇੱਕ ਵਾਰੀ ਹੱਲ ਕੀਤਾ ਜਾਏ। ਉਹ ਭਾਈ ਜੀ ਕੌਣ ਕਰਾਏਗਾ ਇਹ ਫਿਕਸਿੰਗ? ਚਲੋ कोई कदम बढ़ाए, कौन कराएगा सारा मामला? सादे मोहतरम वो बता रहे हैं कि अमन नजीर साहब को कहें, अमन नजीर साहब से करें राब्ता, वो फिर इन सबको लें ऊपर कॉल पे, आप भी हो फिर दूसरे भाई भी हो। भाई को अभी करे मेंशन या अभी कॉल करे दोस्त ताकि तशरीफ ले आए और करे, अभी कर ले ये गौर ये मैदान, अभी वो खुद ही सबको इकट्ठा कर लेंगे। ਅਮਨ ਨਜ਼ੀਰ ਭਾਈ ਦਾ ਨੰਬਰ ਹੈ ਕਿਸੇ ਕੋਲ? शाह जी अस्सलाम वालेकुम वरहमतुल्लाहि वबरकातुहू। ऑनलाइन ने तो ਉਹਨਾਂ ਨੂੰ ਜੇ ਸ਼ੇਅਰ ਕਰ ਦਿਓ जी। वालेकुम सलाम खान साहब। अगर इजाजत हो तो हजूर मैं कुछ अर्ज कर सकता हूँ? जी जी जरूर जी, हल ही तो तलाश करना है हमने। जी जज़ाकल्लाह जी, जज़ाकल्लाह खैर जी। शाह जी बहुत बहुत शुक्रिया। शाह जी ये जो सीकर है और ये काज़मी लड़का है खलीफा वक्त की आईडी वाला, शाह जी मैं कसम खा के कहता हूँ कि इनका इल्मी लेवल बहुत ज़्यादा नीचे है। काज़मी को तो ये तक जी मिर्जा ये राफ सिंह है, दोनों मरज़ई हैं, मिर्जा जूनियर जेलमी के ये वो साबी हैं। जी 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 जी। शाह जी इस इंसान को काज़मी को ये तक नहीं पता था कि कुरान पाक में अल्लाह पाक ने 4 किताबों का जिक्र किया है, 3 और किताबें हैं। इसको वो नहीं पता था कि ओहो खान साहब मौजू वो दूर निकल जाना है। किसने अच्छा, क्या माफी कहा ये मौजू नहीं, अभी हम वो पिछलियां नबेड़ने पे दा हल करना है असा ਹੱਲ ਕੱਢਣਾ। चलें ठीक है, माफी चाहता हूँ, माफी चाहता हूँ शाह जी, माफी ये चाहता हूँ। बात तो नहीं, किसने क्या कहा वो तो फिर बड़ी दूर चली जानी है बात। ਮੁਸਾਬ ਜੂਨੀਅਰ ਜਰਮੀ ਦੀ ਗੱਲ ਤੇ ਬਾਅਦ ਜੇ ਪਹਿਲਾਂ ਵੱਡੇ ਮਿਰਜ਼ੇ ਦਾ ਕੀਤਾ ਤੇ ਨਾਲ ਕਲੀਅਰ ਕੀਤਾ ਜਾਏ ਨਾ। ਉਹੀ ਨਾ ਗੱਲ, ਇੱਥੇ ਗੇਮ ਕੋਈ ਹੋਰ ਹੋ ਰਹੀ है यार कि भाई देखे इन्होंने अब ये किया है कि तमाम जो खत्म नबूवत पे काम करने वाले थे उनको एक अपनी ग्रुप में या अपनी गैंग के अंदर शामिल कर लिया है और अकीदा ये दे रहे हैं कादियानी अकीदा। रोला यहां पे पड़ा हुआ है और आगे से कोई इनको रोकता है तो वो कहते हैं हम ना मिशन के ऊपर हैं। वो यार ये केड़ा मिशन बढ़ गया है? वो अकीदा खराब इन्नी कौम दा हुंदा पे यार, इसका हल चाहिए हमें। कोई हल बता सकता है तो बताएं। ਹਜ਼ੂਰ ਆਲਾ ਸ਼ਾਨ ਅਮਨ ਮਿਰਜ਼ਾ ਭਾਈ ਨੇ ਸੋਹਣੀ ਗੱਲ ਕੀਤੀ ਹੈ ਕਿ ਪਹਿਲੇ ਇਹਨਾਂ ਦਾ ਵੱਡੇ ਮਿਰਜ਼ੇ ਵੱਲੋਂ ਕਿੱਦਾਂ ਇਹਨਾਂ ਦਾ ਸਾਫ਼ ਕਰਾਉਂਦੇ ਆ।
ਤੇ ਬਾਅਦ ਚ ਫਿਰ ਛੋਟੇ ਵਾਲਾ ਇਹ ਤੇ ਉਹੀ ਗੱਲ ਹੋ ਗਈ ਨਾ, ਜਿਹੜਾ ਮਿਰਜ਼ਾ ਇੰਜੀਨੀਅਰ ਕਰਦਾ ਕਿ ਬਾਬੇ ਤੇ ਸ਼ਾਹੀ ਕੋਈ ਨਹੀਂ, ਯਾਨੀ ਕਿ ਕੋਈ ਵੱਡਾ ਕੋਈ ਸ਼ੈ ਨਹੀਂ, ਉਲਮਾ ਕੋਈ ਸ਼ੈ ਨਹੀਂ, ਜੋ ਇਹਨਾਂ ਦਾ ਦਿਲ ਕਰੇਗਾ ਇਹਨਾਂ ਨੇ ਉਹ ਕਰਨਾ। ਯਾਨੀ ਕਿ ਮਾਦਰ ਪਿੱਦਰ ਆਜ਼ਾਦ ਹੋ ਗਏ ਨੇ ਕਿ ਜੋ ਮਰਜ਼ੀ ਹੈ ਕਰਨ, ਕੁਫਰ ਵੀ ਬਕਦੇ ਰਹਿਣ ਆਪਣੀ ਜ਼ੁਬਾਨ ਤੋਂ, ਤੇ ਉਹਨੂੰ ਜਸਟੀਫਾਈ ਕਰਨਗੇ ਜੀ ਅਸੀਂ ਮਰਦਈ ਫਸਾਨੇ ਪਿਆ। ਯਾਰ ਚੰਗਾ ਤੁਸੀਂ ਮਰਦਈ ਫਸਾਉਂਦੇ ਪਿਓ। कल ना उस्ताद मोहतरम ये हल यही है, जो अभी कोई बंदा ना असद भाई आप में से कोई ब्राड से उतरे या फिर नीचे जो भाई कोई सुन रहा है वो जाएं जहाँ पे अमन नज़ीर भाई हैं, उनको कहें कि मुफ्ती साहब जो हैं वो बैठे हैं और कुछ गुफ्तगू शुनीद करनी है, तो वो आएंगे, फिर वो इन तीनों को बुलवा लेंगे, इन तीनों को बुलवा लेंगे। अभी उस्ताद मोहतरम सुहेब वो नीचे आया, कल ना वो 7 टोटल पैनल 8 का होता है, तो 6 वो बैठे हुए थे, सुहेब अकेला बैठा हुआ था, 7 हुसैनी था। हुसैनी एक गलीज अकीदा, गलत अकीदा बता रहा है और सुहेब जो है उसकी हाँ में हाँ मिला रहा है। यहाँ पर मैं एक बात कर दूं कि आमिर नजीर भाई, मैं उधर इराक था तो सिर्फ एक दफा बराड़ उनकी आन हुई, तो उधर मुझे थोड़ा सा काम था कोई, क्योंकि ज़ियारत में कर रहा था, तो मैंने कहा आमिर भैया आप इतने दिनों से आए नहीं लाइव, तो मैंने तो बड़ी ज़रूरी बात करनी थी, आप किसी और बराड़ पे होते हैं तो वहां पे मेरा जाना मुनासिब नहीं होता, तो चले मैं फिर थोड़ी देर तक आता हूँ। वो फिर ना मैं मसरूफ हो गया, तो बाद में देखा तो बराड़ खत्म हो गई। अब आमिर भाई अपनी बराडें कर ही नहीं रहे, वो बैठे होते हैं एक ऐसी बराड़ के ऊपर कि जहां पर मैं नहीं जा सकता। अब बताइए ये इसका क्या हल है? अब एक बराड़ है अहमद अली की, तो अहमद अली क्या करता है वो मुझे तो कॉल पे चलो उठा लेगा, आप लोग जाएंगे किसी को उसने उठाना ही नहीं। उसने अलानिया तौर पे कहा हुआ है कि नहीं मैंने इनको नहीं ऊपर कॉल पे लेना। हजूर आला शान 1 मिनट दो, मैं वापसी है, कोई ना कोई इंशाल्लाह हल कर दें। तो ये मामलात हल नहीं, कोई सूरत नहीं। ग्रुप बनाया, व्हाट्सएप का ग्रुप बनाया, तो ये ग्रुप लेफ्ट कर गए हैं। बताइए क्या किया जाए, कोई सूरत नहीं कर रही। ऑनलाइन बैठ के डिस्कस करें तो फिर भी हम मुजरम, हम मुसालहत चाहें फिर भी मुजरम, हम सुलह कराएं फिर भी मुजरम, हम इसके ऊपर गुफ्तगू करें फिर भी मुजरम। क्या किया जाए यार? उस दिन आपकी बातों से भी यही चीज लग रही है, बराड़ थे बुरा नाम लाइएगा, मलक कैसर ये साहब, मलक कैसर साहब की बराड़ दे उत्ते। तो यार एक बंदा गल करो, कोई गल ही नहीं समझ आती। शाह जी मैं खान बात कर रहा हूँ। मुझे आपकी बातों से यही चीज़ अंदाज़ा, और जितना भी आपने बयान फरमाया ना, मुझे यही अंदाज़ा हो रहा है कि ये लोग हमारी संगत, हमारा साथ नहीं देना चाहते, ये अपनी अलग जो ना देख चढ़ाना चाहते हैं। ये आपकी बातों से साथ की बात नहीं खान जी, अल्लाह दा नां दे गल नूं समझो, साडू साथ नहीं चाहिदा। साथ की गल अकीदा खराब होने की हो रही है खान जी, गल समझो, खुदा दा नां जे। उस्ताद मोहतरम आपको कौन सा जी उन्हीं ब्राडों पर जिन पर हमें नहीं जाने देते हैं, आपको तो चलो कॉल पे ले लिया, लेकिन आपको वहां पे कौन सा बात करने देते हैं? वो कहते हैं नहीं किताब नहीं खोलनी। हाँ जी, मैं गया हूं, मुझे बात ही नहीं करने दी। बताइए क्या हाल, क्या किया जाए यार? ਸਾਹਿਬ ਤੁਹਾਨੂੰ ਯਾਦ ਹੈ ਕਿ ਉਸ ਦਿਨ ਮਲਕ ਕੈਸਰ ਜਿਹੜੇ ਗੱਲ ਮੈਂ ਕਰਨਾ ਸੀ, ਤੇ ਮੈਂ ਉੱਤੇ ਲਾਈਵ ਦੇ ਉੱਤੇ ਆ ਕੇ ਮੈਂ ਕਿਹਾ ਕਿ ਮੂਸੀ ਸਾਹਿਬ ਥੱਲੇ ਬੈਠੇ ਨੇ ਤੇ ਉਹਨਾਂ ਦਾ ਚੁੱਕੋ ਉੱਤੇ, ਤੇ ਉਸ ਤੋਂ ਬਾਅਦ ਤੁਹਾਨੂੰ ਤੇ ਚੁੱਕਿਆ ਤੇ ਮਲਕ ਕੈਸਰ ਗੱਲ ਕਰ ਰਿਹਾ ਸੀ ਉਸ ਵੇਲੇ ਕਿ ਜਿਹੜਾ ਨਾ ਮਿਰਜ਼ੇ ਨੇ ਜਿਹੜਾ ਨਬੂਤ ਦਾਵਾ ਨਹੀਂ ਕੀਤਾ ਤੇ ਤੁਸੀਂ ਫਿਰ ਹਵਾਲੇ ਕਰਨੇ ਸ਼ੁਰੂ ਕਰ ਛੜੇ, ਤੇ ਉਹਦੇ ਨਾਲ ਤੁਹਾਡੇ ਤੇ ਬੈਕ ਅਟੈਕ ਆਇਆ ਉਸ ਦਿਨ। ਉਸ ਤੋਂ ਬਾਅਦ ਮੈਂ ਫਿਰ ਅਮਰਦੀਪ ਸਾਹਿਬ ਆਏ ਨੇ ਤੇ ਮੈਂ ਬਰਾੜ ਦੇ ਉੱਤੇ ਮੈਂ ਫਿਰ ਰਿਕੁਐਸਟ ਪਾ ਕੇ ਗਿਆ ਉੱਥੇ, ਪਹਿਲਾਂ ਨਹੀਂ ਨਾ ਚੁੱਕਿਆ, ਰਿਕੁਐਸਟ ਪਾਈਏ ਤੇ ਉੱਥੇ ਅਬੂ ਹਸਨ ਹੀ ਬੈਠੇ ਹਨ ਦੋਸਤ ਨੇ। ਅਸੀਂ ਮੈਂ ਫਿਰ ਖੁੱਲ੍ਹ ਕੇ ਉਹਨਾਂ ਨੂੰ ਕਿਹਾ ਵੇ, ਮੈਂ ਕਿਹਾ ਗਿਆ ਇਹ ਚੀਜ਼ ਬਣੀ ਹੈ, ਇਹ ਹਿਸਾਬ ਬਣਿਆ ਵੇ, ਤੇ ਵਾਪਸ ਬੈਕ ਅਟੈਕ ਮਲਕ ਕੈਸਰ ਸਾਹਿਬ ਦਾ ਆਇਆ ਤੇ ਉਹ ਕਿਸ ਬੇਸ ਤੇ ਆਇਆ, ਸਾਨੂੰ ਤਕਲੀਫ ਇਸ ਗੱਲ ਦੀ। ਉਸ ਤੋਂ ਬਾਅਦ
ਆਮਰ ਸਾਹਿਬ ਨੇ ਬੜਾ ਕਲੀਅਰਲੀ ਫਿਰ ਮਲਕ ਕੈਸਰ ਨੂੰ ਕਿਹਾ ਵੇ ਕਿ ਆਪਣਾ ਕੀਤਾ ਦੱਸੋ, ਸਾਰਾ ਕਲੀਅਰ ਕਰੋ ਮੇਰੇ ਸਾਹਮਣੇ, ਤੇ ਤੁਸੀਂ ਮੇਰੇ ਦੇ ਬਾਰੇ 'ਚ ਕੀ ਸਮਝਦੇ ਹੋ ਤੇ ਕੀ ਸਾਰਾ ਕੁਝ ਆਪਣਾ ਕਲੀਅਰ ਕਰੋ। ਫਿਰ ਮਲਕ ਕੈਸਰ ਨੇ ਹਰ ਸ਼ੈ ਕਲੀਅਰ ਕੀਤੀ, ਮੈਂ ਉੱਥੇ ਮਦਦ ਕਰ ਲਈ। ਮੈਂ ਠੀਕ ਹੈ, ਮਲਕ ਸਾਹਿਬ ਨੇ ਆਪਣਾ ਕੀਤਾ ਦੱਸ ਲਿਆ ਵੇ, ਤੇ ਮੈਂ ਮੇਰੀ ਜਿਹੜੀ ਗੱਲ ਕੀਤੀ ਹੈ ਮੈਂ, ਲੇਕਿਨ ਮੈਨੂੰ ਦੁੱਖ ਇਸ ਗੱਲ ਦਾ ਕਿ ਮੁਫਤੀ ਸਾਹਿਬ ਬੈਠੇ ਹੁਣ, ਅਸੀਂ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ, ਤੇ ਇੱਕ ਆਲਮ ਬੰਦੇ ਨੇ, ਤੇ ਉਹਨਾਂ ਦੇ ਨਾਲ ਬਹਿ ਕੇ ਇਸ ਤਰ੍ਹਾਂ ਆਨਸਰ ਕਰਨਾ ਜਿਹੜਾ ਵੇ ਇਹ ਜ਼ੇਬ ਨਹੀਂ ਦਿੰਦਾ ਹੈ ਕੋਈ ਵੀ ਹੋਵੇ। ਅਸੀਂ ਆਮ ਲੋਕ ਹਾਂ, ਅਸੀਂ ਦੀਨ ਨੂੰ ਕੋਈ ਨਹੀਂ ਸਮਝਦੇ, ਚਾਰ ਚੀਜ਼ਾਂ ਸਾ ਪੜ੍ਹੀਆਂ ਨੇ ਤੇ ਅਸੀਂ ਆਪਣੇ ਆਪ ਨੂੰ ਆਲਮ ਸਮਝਦੇ। ਫਿਰ ਮੈਂ ਖੁੱਲ੍ਹ ਕੇ ਗੱਲ ਕੀਤੀ ਉਹਨਾਂ ਨਾਲ, ਤੇ ਮੈਨੂੰ ਤਕਲੀਫ ਇਸ ਗੱਲ ਦੀ ਹੋਈ ਹੈ ਕਿ ਉਹਨਾਂ ਦੇ ਬੈਠੇ ਆ, ਉਹਨਾਂ ਦੇ ਵਾਪਸ ਬੈਕ ਅਟੈਕ ਆਇਆ ਬਗੈਰ ਕਿਸੇ ਤਸਦੀਕ ਤੋਂ, ਬਗੈਰ ਕਿਸੇ ਵਜ੍ਹਾ। ਕਾਲ ਪੇ ਲੈ ਲੈ ਰਾਜਾ ਜਵੇਦ ਸਾਹਿਬ ਨੂੰ ਵੀ ਲੈ ਲਓ ਬਈ ਖਾਲ ਤੇ। ਜੀ ਰਾਜ ਸਾਹਿਬ अस्सलाम वालेकुम। ਵਾਲੇਕਮ ਅਸਲਾਮ ਜਨਾਬ, ਕੀ ਹਾਲ ਹੈ? ਜੀ ਮੈਂ ਰਾਜ ਸਾਹਿਬ ਮੈਂ ਗੱਲ ਕਰਾਂਗਾ, ਦੀਗਰ ਦੋਸਤ ਜ਼ਰਾ ਖਾਮोश रहे आज। राय साहब क्या हाल है जनाब से? ठीक है जी हजूर, ठीक ठाक, आप सुनाए खैरियत है? अल्हम्दुलिल्लाह। राजा साहब अकीदा मुझे नहीं समझ आ रही, मैं बात कहाँ से शुरू करूं और क्या बात करूं। अकीदा खराब कर रहे हैं लड़के और आगे से ये कह रहे हैं जनाब हम मिशन के ऊपर है, इसका क्या हल किया जाए? ना वो बात करने के मूड के अंदर है, वो कहते बात भी नहीं करनी इसके ऊपर हमने। हाँ, अपनी बराडों पे बैठ के जब हम नहीं होते तो वो ये अकीदा उड़ेल रहे हैं, और हमारे किसी लड़के को वो कॉल पे लेते नहीं है, यक तरफा ट्रैफिक चलाई हुई है। इसके ऊपर आप क्या फरमाते हैं, कोई बताइए जी। मुफ्ती साहब, मैं आपको एक बात जो ईमानन बताता हूँ वो ये है कि मेरे ज़ाती ख्याल में लड़के को कैसा अकीदा, कौन सा अकीदा ख़राब कर रहे हैं, मैं ज़ाती तौर पर नहीं समझता। अगर मैं गलत समझ रहा हूँ तो आप मेरी गाइडेंस करें, आप मुझे समझाएं। जी राजा साहब, माजरत मैं आपकी बात काट रहा हूँ जी। मुफ्ती साहब, मैंने ना वो आमिर भाई को मैसेज भेजा था, तो वो कह रहे हैं कि मैं अभी दूसरी जगह मसरूफ़ हूँ। वो एक उनकी बात चल रही है, मैंने आपका ही मैसेज देखा और मैं इधर आया जी जी जी। उस्ताद मोहतरम, इसका एक और हल है कि जो हमारे बड़े हैं उनको ही, जैसे अमन नज़ीर भाई हैं, उनको ही पर्सनल में रब्ता करें और बताएं ये सारा मामला हो रहा है। अभी 2 दिन पहले फिर मामला हुआ है, तो अपने बड़े, ये राजा जवेद साहब ये हमारे बड़े हैं, दूसरे हमारे बड़े हैं, इनकी ब्राड पर जाना छोड़ दें। देखें कि बात करने वाला ही कोई नहीं होगा और ना कोई जाने वाला होगा। उस्मान साहब, मैं आपको एक बात बताता हूँ खुली। मुफ्ती साहब मौजूद हैं। जहाँ तक रिलीजियस डिबेट का तल्लुक होता है ना, उसमें मैं हिस्सा बहुत कम या नहीं लेता। मेरी जो बात कादियानी कम्युनिटी से होती है वो ज़्यादातर 1974 की कार्रवाई पर होती है, ठीक है जी। बाकी रह गई बात के वो जो लड़के हैं, मैं उनको सुनता रहता हूँ, मैं उनके साथ होता हूँ, उनकी ब्रॉड पर भी मैं जाता हूँ। मेरे ज़ाती ख्याल में मेरी जो उनसे बात होती है या मैं जो उनकी बात सुनता हूँ, मैं ख़त्म नबूवत का अदना सा सिपाही होने की हैसियत से मैं आपको ये बताता हूँ कि मैं नहीं समझता कि वो कोई ऐसा अकीदा अपनाए हुए हैं जिससे हमारा जो है मौक़िफ़ है उसमें कोई। जी राजा साहब, मैं ना कल बताता हूँ, आपकी बात आप बहुत ज़्यादा अड़ के बात कर रहे हैं। सीधा कहें कि भाई मैं मानता हूँ कि उनका कोई भी अकीदा ख़त्म नबूवत के हवाले से खिलाफ नहीं। अच्छा यार उस्मान, एक मिनट जरा। राय साहब, आप ये काम कर सकते हैं कोई कि ये सारे बंदों को एक जगह पे इकट्ठा करने का कोई माहौल बना सकते हैं?
जी बन जाएगा, कोई मसला नहीं इंशाल्लाह। जिसके अंदर आजिज भी हो जाए, ये आसफ भी हो, उस्मान भी उसके को शामिल कर लें, ठीक है। ये उस्मान अली रिजवी साहब। जी जी, उस्मान रिजवी साहब, ये 3 ठीक है। बंदे ये हो जाएं, यानी मैं, आसफ और उस्मान, और इधर से आमिर नजीर भाई, मलक कैसर, हैदर वड़ाइच, अब्दुल्ला नाम की एक आईडी है, जी जी। ਉਹ ਸੁਹੇਬ और सोहेब सुहेब और यूसफी। जी। ये सारे किसी एक प्लेटफॉर्म पे इकट्ठे हो सकते हैं। कर लेंगे इंशाल्लाह, कोई मसला नहीं। ये करें, मामलात राजा साहब बिगड़ रहे हैं और काफी गंभीर हैं, तो मामलात बिखरने से पहले इनको समेटना जरूरी है। जो भी गिले शिकवे शिकायतें हैं वो एक जगह पे इकट्ठी हो जाएं, तो उनको डिस्कस कर लिया जाए, ताकि उलझने जो है ना वो दूर हो जाए। क्या आप फरमाते हैं? जी मैं इराक गए थे, तब भी मैंने यही बात शुरू की थी। उसके बाद जब आप वापस आए तो मुझे चला के मामलात जो है वो सेटल हो गए, तो फिर मैं खामोश हो गया। ठीक है, सेटल हो गए तो इससे आगे बात करने की नहीं, जरूरत ये नहीं। किसने आपको कहा था? कहाँ से खबर मिली ये मैंने मैंने मामला सेटल हो गई? मुझे मुझे कोई वॉइस मैसेज आए थे जिसमें आप भी ये कह रहे हैं, ठीक है, हम एक दूसरे की जो हमारे दरमियान है वो कोई बात नहीं, वो किसने भेजा? कौन था वॉइस मैसेज? किसने भेजा? दोनों बंदों में से एक था, मगर मुझे याद नहीं अभी मेरे पास वो पड़े हैं, या वो यूसफी था या शोएब राजा था। मुझे अब याद नहीं पड़ रही, इन दोनों में से एक था। हाँ, वो यही ना, ये उलझने मामलात हैं, तो वो कॉल भी डिस्कस करेंगे जब ये सारे इकट्ठे बैठे होंगे ना, तो वो सारे मामलात, फिर चूंकि ये मामला एक नहीं है, काफी चीजें हैं जो खलत मलत हो रही हैं। मुफ्ती साहब, कोई भी काम करना हो जिसमें उम्मत की यूनिटी हो और मुसलमान आपस में ना उलझे, मैं उसमें आपके कोई भी किरदार में अदा कर सकूं, करने के लिए तैयार हूँ। चले, जजाकल्ला। तो आप मुझे इसकी इतला अब कब देंगे? व्हाट्सएप कहाँ पे देंगे? व्हाट्सएप पे या टिकटॉक पे? और कब तक देंगे इतला? मैं ऐसा करूंगा कि 1-2 दिन मुझे लग जाएंगे उन सब से बात करने में। फिर मैं एक व्हाट्सएप ग्रुप तश्कील दूंगा, आपको एडमिन उसका बना दूंगा। आप ऐसा करना कि जैसे उस्मान साहब हैं या जिन लोगों के मेरे पास नंबर नहीं, आप उनको ऐड कर देना, तो मैं उनको ऐड कर दूंगा। उस्ताद मोहतरम, ऐसा करते हैं, जो स्ट्रीम यार्ड है ना, उसका भी लिंक प्राइवेट में हम शेयर करके वहां पे सारे बैठ सकते हैं बस आसानी से। स्ट्रीम यार्ड एक बेहतरीन चीज है। वो क्या है, मुझे उसका नहीं पता। वो स्ट्रीम यार्ड एक कॉन्फ्रेंस कॉल का एक ऑनलाइन सोर्स है। अच्छा, तो मुझे आप एक आधा दिन दें, मैं उनसे बात करूं, तो मेरा नहीं ख्याल कि इसमें कोई ऐसी बात है। वो तो तब भी और अब भी किसी भी फोरम पर अपना क्लैरिटी देने के लिए तैयार है कि हमारे और आप और हमारे दरमियान कोई। देखें, मैं रात कोई शोएब राजा से बात कर रहा था, उसने कहा जी कि मैं बरेलवी सुन्नी मुसलमान हूँ और मेरी सारी फैमिली इसी तरह है। हमारा जो अकीदा है वो एक ही है। इस टिकटॉक पर ये अब्दुल्ला भी अभी अच्छा इस टिकटॉक पर, और वो है कि ख़त्म नबूवत शिया सुन्नी देवबंद अहले हदीस इस फ्रोई मिसाल में हम टिकटॉक पर नहीं पढ़ते। सिर्फ और सिर्फ ख़त्म नबूवत का काम। और ये जो व्यू है, इससे मैं भी इत्तेफाक करता हूँ। जजाकल्ला। आप ना राजा साहब ये सिटिंग करवाएं, तो फिर मामलात काफी ना हैं,
वो फिर जेर बहस आएंगे इंशाल्लाह ताला। मुझे तो मुझे आप ऐसा करें, हम मैं रोड है तो तकरीबन रोज ही होती है ना हमारे बात, जी तो जी हाँ, मुझे मुझे प्राइवेट में ना 2 दिन का टाइम मुझे दें, मैं सबसे ना प्राइवेट में बात कर लूं, क्योंकि जजाक हर अल्लाह बात जी। आज हर डेट बात जो है है वो 4 मार्च है, तो यानी 6 मार्च को 6 मार्च 6 को मार्च हमारी को मैं, अरबी ग्रामर कोर्स भी शुरू हो रहा है, तो उसी दिन ये बात भी कर लेंगे। ठीक है जरूर, ठीक है, नो प्रॉब्लम जी। जजाक अल्लाह, जजाक अल्लाह। ये नहीं, आप सालसी का रोल अदा करें और अल्लाह आपको जजा दे, तो बिल्कुल कोई मसला नहीं सर। मैं बेहतरीन चाहता हो। हूँ, मैं नहीं चाहता कि हम लोग आपस में उलझे। हाँ जी जी एक बात जरूर होगी जो प्राइवेट में हम लोग डिस्कस करेंगे, वो है स्ट्रेटजी या इकनतेमली जिसको आप कहते हैं, इस पर भी हाँ, वो बात जो होगी। भी है, लेकिन वो कम से कम एक तयशुदा जो चीज होती है ना, वो एक अलग चीज होती है। ये तो देखें राजा साहब, इन बड़े तजर्बात के अंदर से गुजरे हैं। अगरचे मैं इलम में, उम्र में आपसे छोटा हूं, लेकिन शायद तजर्बे में बड़ा हूं। तो गुजारिश ये है कि बड़े मामलात ऐसे पहले भी देखे हैं हमने। तो नहीं पता मुफ्ती है क्या, साहब, ये जो नहीं नहीं जसूसी का निजाम होता है ना, नहीं, एक बात ये की मैं जसूसी दुरुस्ती के कर दूं। निजाम इस तरीके से नहीं होते जो ओपन हो जाते हैं। नहीं एक जसूसी फिर वो तो दाएं हाथ जसूसी कर रहा हो तो बाएं को खबर नहीं होती। जी जी हाँ, वो तो ये होता है। ये कौन सा है कि भाई ओपन फोरम पे तुम साथ ये बताओ भी ये मैं ना मिशन पे हूं चलो, और साथ मत अकीदा भी बर्बाद करो, साथ जब अपना कोई मिले तो उसको कहो नहीं मैं तो तुम्हारे अकीदे पर। ये तो मुनाफिकीन की लामत है। कुरान के अंदर अल्लाह ने बताई है कि जब उनकी तरफ जाते हैं तो कहते हैं हम तुम्हारी तरफ है, जब मुसलमानों की तरफ आते कहते हैं तुम्हारी तरफ है। हम्म, ये कौन सा तरीका है? ठीक है जनाब, हम ऐसा करते हैं। मुझे आज का और कल का दिन दें तो 6 तारीख को मैं इंशाल्लाह आपको जजाक अल्लाह जी, हम वेट करेंगे जी तो राजा साहब ठीक, इंशाल्लाह। नहीं नहीं, मुझे बड़ी खुशी होगी कि हम ये मसला सेटल कर दें वंस एंड फॉर ऑल। और दूसरी बात की मैं जो दुरुस्त की वो ये है कि प्लीज आप मुझे ये ना कहें कि इल्म में, उम्र में मैं आपसे बड़ा हूँ और इससे ज्यादा कुछ नहीं। नहीं नहीं, ये बात तो हकीकत है। मैंने मतलब ये तो सच्ची बात है ना, ये सच्ची बात है। नहीं नहीं नहीं, आप हमारे बड़े हैं और आपकी इज्जत, आपकी जो है शान हमसे सब बहुत ज्यादा बुलंद है। आप अल्लाह अकबर। तो जी ठीक हो गया, ये आप करें, और 6 तारीख को इंशाल्लाह फिर किसी अच्छे माहौल के अंदर सब के साथ गुफ्तगू इंशाल्लाह, होती है। मैं बहुत पर उम्मीद, इंशाल्लाह बहुत अच्छा होगा, जी इंशाल्लाह तो जल। क्योंकि और वो लोग भी मेरे राब्ते में है, कोई ऐसी बात नहीं है। जी जी जी, बेहतर हो जी गया। तो जी उसमें ये होगा कि ਮੁਫਤੀ ਸਾਹਿਬ ਇੱਕ ਮੈਂ ਅਰਜ਼ ਕਰਦਾ, जी ਤੁਹਾਡੇ ਆਉਣ ਤੋਂ ਪਹਿਲੇ ਸਾਰੇ ਇੱਥੇ ਹੀ ਸਨ, ਟੀਚਿੰਗ ਕਰਦੇ ਹਨ ਪਏ, ਤੇ ਹੁਣ ਕਿਉਂ ਨਹੀਂ ਆ ਸਕਦੇ? ਉਹ ਚੱਲ ਯਾਰ ਕੋਈ ਨਹੀਂ, 2 ਦਿਨ ਦਾ ਟਾਈਮ ਮੰਗ ਰਹੇ ਨੇ नहीं ਨਾ, ਤੇ ਉਹ ਇੱਕ मैं ਬੰਦੇ ਨੂੰ ਤੁਸੀਂ ਸ਼ਾਇਦ ਭਾਈ ਅੱਗੇ ਕੀਤਾ ਹੈ ਨਾ, ਤੇ ਜਾਂ ਤੇ ਅੱਗੇ ਨਾ ਕਰੋ, ਤੇ ਜੇ नहीं मैं ਕੀਤਾ ਵੇ ਤੇ ਉਸ ਬੰਦੇ ਦੀ ਫਿਰ ਮੰਨੀ ਦੀ ਵੀ ਹੁੰਦੀ ਹੈ। ਇਹ ਨਹੀਂ ਫਿਰ ਕਿ ਭਾਈ ਜਿਸ ਬੰਦੇ ਨੂੰ ਤੁਸੀਂ ਰਾਜਾ ਸਾਹਿਬ ਤੇ ਨੌਜ਼ ਬਿੱਲਾ ਮੈਂ ਰਾਜਾ ਸਾਹਿਬ ਤੇ ਕੋਈ ਉਂਗਲ ਨਹੀਂ ਪੈ ਚੁੱਕਦਾ, ਨਹੀਂ ਨਹੀਂ, ਠੀਕ ਹੈ? ਉਹ ਗੱਲ ਹੈ, ਤੁਹਾਨੂੰ ਇੱਕ ਨਹੀਂ ਅਸੂਲੀ ਗੱਲ ਨਹੀਂ, ਦੱਸ ਰਿਹਾ ਵਾਂ। ਉਹ ਗੱਲ ਨਹੀਂ ਜਿਹਨੂੰ ਪੂਰੀ ਸੁਣੀ ਤੁਸੀਂ। ਜਿਹਨੂੰ ਸਾਲਸੀ ਦੇ ਤੌਰ ਤੇ ਬਿਠਾਈਏ ਨਾ, ਤੇ ਉਹਦੀ ਫਿਰ ਮੰਨੀ ਦੀ ਵੀ ਹੁੰਦੀ ਹੈ। ਹਾਂਜੀ नहीं, एक बात शायद साहब मैं जरूर करूंगा, वो ये है कि थोड़ा सा एतमाद बिल्डिंग जो होती है उसके बाद अगर आप बात शुरू करें तो वो बेहतर होता है, क्योंकि अगले दिन भी मुफ्ती ABR साहब ने शहादत भी इधर दी है जी कि उन्होंने 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 कैसर मलक से प्राइवेट में सारा इंटरव्यू किया है और उन्होंने क्लीन बिल ऑफ हेल्थ दिया उसको। अब्दुल्ला इधर बैठा था और अब्दुल्ला के साथ भी जो इधर जिस तरह की गुफ्तगू की या अब्दुल्ला ने वापस जो गुफ्तगू की वो भी सही नहीं थी। मैं ये कह रहा हूँ पहले सबसे बात होगी कि देखें ये खदशात हैं, इन खदशात को आप दूर करें मुसलमान होने की हैसियत में। अगर
मैं एक मिसाल आपको देता हूँ, मेरे मतलब कोई बात होती है तो मैं तो किसी फोरम पर किसी जगह भी अपना आप क्लियर करने के लिए तैयार हूँ, मुझे कोई प्रॉब्लम नहीं है। तो अगर उनके की बात उनके की है, मैंने सिर्फ एक सरसरी सी बात की है कि आधे घंटे से यहाँ पे बैठ के जनाब टिचकरियां कर रहे थे, तो बात करनी है तो भी आ जाए। नहीं नहीं शायद साहब प्राइवेट में आपको क्या पता वो भी क्या क्या उनके भी क्या क्या कंप्लेंट है, उनके भी कुछ हमारे साथ ऐसा हुआ वैसा हुआ, उन बातों में मैं नहीं जाना चाहता, मगर जो बात ड्यूटी मुफ्ती साहब ने लगाई है करूंगा कि वो पूरी हो जाए और ये सारी मसला क्लियर हो जाए। चलो राय साहब, बाकी तुसी जो कहते हो तो जी नो प्रॉब्लम सर, नहीं मतलब है मकसद ये है कि सबको मुतहद करना और एक दूसरे के मतलब गलतफहमियां दूर करनी, बस। अच्छा राजा साहब, वो तो क्लियर हो गया। अब अभी तक आपकी फीस नहीं आई। क्लास तो पढ़नी है ना आपने इंशाल्लाह ताला, अरबी ग्रामर कोर्स, फीस को नहीं जी आई है। जी जी वो 6 तारीख का आपने, हाँ जी 6 को तारीख है जी, आने 6 वाली तारीख है यस। जी। डोंट वरी, इंशाल्लाह आज दिन को ना मैं राब्ता करता हूँ। फीस करो जी, ਤੁਹਾਡਾ ਦਾਖਲਾ ਸੀ ਜ਼ਰੂਰੀ ਕਰਨਾ ਹੈ ਤੇ ਅੱਲਾ ਦੇ ਹੁਕਮ ਦੇ ਨਾਲ। ਤੇ ਅੱਛਾ ਟਾਈਮਿੰਗ ਕੀ ਹੋਸੀ ਇੰਗਲੈਂਡ ਦੇ ਹਿਸਾਬ ਨਾਲ ਟਾਈਮਿੰਗ ਕੀ ਹੋਸੀ ਉਹ ਟਾਈਮਿੰਗ ਸੈੱਟ ਕਰ ਲਾਂਗੇ, ਤੁਸੀਂ ਟੈਨਸ਼ਨ ਨਾ ਲਵੋ ਬਸ। ਤੁਸੀਂ ਤੁਹਾਡਾ ਕੰਮ ਹੈ ਫੀਸ ਭੇਜੋ $25, ਠੀਕ ਹੈ $25 ਭੇਜੋ। ਅੱਗੋਂ ਉਹ ਕਿੰਜ ਹੋਏਗਾ ਕੀ ਹੋਏਗਾ ਉਹਨੂੰ ਛੱਡ ਦਿਓ ਤੁਸੀਂ। ਉਹ ਤੁਸੀਂ ਇੰਜ ਕਰੋ ਕਿ $25 ਨਾ ਸੁੱਟ ਦਿਓ ਇੰਜ ਕਰਕੇ, ਬਸ ਐਵੇਂ। ਉਹ ਤਾਂ ਸਮਝੋ ਪਹੁੰਚ ਗਏ, ਨੋ ਪ੍ਰੋਬਲਮ। ਹਾਂ ਉਹ ਬਕਾਇਆ ਫਿਰ ਅੱਗੋਂ ਅੱਲਾਹ ਤਾਲਾ ਦੇ ਉੱਤੇ ਸੁੱਟ ਦਿਓ, ਇਹ ਬਿਹਤਰ, ਬੜਾ ਹੀ ਬਿਹਤਰ ਹੋਏਗਾ, ਬੜਾ ਸੋਹਣਾ ਹੋਏਗਾ ਇਨਸ਼ਾਅੱਲਾ। ਠੀਕ, ਨੋ ਤੇ ਪ੍ਰੋਬਲਮ। ਨਾਲੇ ਇਹ ਪੂਰੀ ਟੀਮ अरबी ग्रामर जरूरी है, बहुत जरूरी है। हाँ जी ਜੀ ਠੀਕ। ਬਰਾੜ ਡਿੱਗ ਪਈ ਸਾ, ਜੇ ਮੁਸਲਮਾਨੋਂ ਬੈਠੇ ਤੇ ਡਬਲ ਟੈਪ ਹੀ ਕਰਦੇ ਰਹੋ ਯਾਰ। ठीक। अच्छा राय साहब, फिर मैं हुण अपनी कोई गल कर लवां? जी बिल्कुल जरूर करो। मैं असल च मैं थोड़ी दफ्तर की तैयारी कर रहा, तो ठीक जी है। जी जी बेहतर हो गया जनाब, जज़ाक अल्लाह जी, बेहतर हो गया जी। अच्छा आसफ, तुसा क्लास दे विच दाखल नहीं होना? आसफ अबू हुसैन शाह जी इंशाल्लाह ताला ला देनी। ते फीस अज ही पहुंचाओ। जी ठीक है शाह जी, ठीक हो गया। हाँ जी, नहीं यार हजे तक दाखले तुसा सारिया ने ले ने, लेकिन फीसा पहुंचियां कोई नहीं। आमिर रवान है, तुसा नहीं पढ़ना? करना व्हाट्सएप दे उत्ते। बिल्कुल करो, लाजमी करो। आमिर रवान जी 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 ये जरूरी है सर। हाँ जी, तुसा नहीं दाखला लेना? लेना ते फिर ये फीस ते को नहीं पहुंची अजे तक? मैं कर देगा शाहिद दी आमर रवान दी मेरे ते रहंदे हो। ते अज ही भेजो ना जी भाई जी, ताकि मैं दाखले करा। ठीक हो गया मुफ्ती साहब, मैं दुकान का वेट करना पे। बस तुहाडा भी बेड़ा ही तरे। अच्छा उस्मान मियां, तुहाडी फीस को नहीं पहुंची? हाँ जी, मैं उस्ताद मेरा ना ऑनलाइन बैंकिंग फ्रीज हुई सी ते इंशाल्लाह अज या कल मंडे, हाँ जी मंडे या अज या कल इंशाल्लाह जना फ्रीज ओपन हो जाएगा, मैं फिर इंशाल्लाह सेंड कर दांगा। बिल्कुल ठीक हो गया है, जज़ाक अल्लाह। ते पढ़ना है भाई, असी पढ़ना है पहले। अल्लाह दे बंदे, पढ़ना जरूरी है भाई। और भी जो सुन रहे हैं, 27 रोजा, सिर्फ 27 दिन का ये कोर्स करवा रहे हैं, अरबी ग्रामर कोर्स। सारे दोस्त करो भाई, बहुत फवायद मुरतब होंगे अल्लाह के बंदो। ये आप लोगों के लिए कर रहे हैं, और हमें तो आता है यार, अल्लाह ने जितना हमारे। कोई लड़की वगैरह भी कर सकती है? हाँ, लड़कियों के लिए भी है, लड़कियां लड़के बच्चियां बच्चे सब पढ़े। ठीक हो गया सर। ये नोट कर ले, मेरा व्हाट्सएप नंबर भी लिखा है इसके ऊपर, तो मेरे व्हाट्सएप पे फौरी राब्ता कर लें दोस्तों। प्यारे प्यारे दोस्तों, मदनी मुन्ने और मुनियों, समझ आई कि नहीं? ना जो प्यारा तो कोई भी नहीं जो मुफ्ती साहब।
अच्छा ते नहीं यार, पढ़ो यार, अल्लाह के बंदो पढ़ो भाई, पढ़ाई जरूरी है यार। मैं कहता हूं कि वो हमारे उस्ताद ग्रामी अल्लामा सईद अहमद असद साहब मुनाजरे इस्लाम, तो उनके पास हमने 1 साल मुनाजरा कोर्स किया था, तो उसके अंदर उन्होंने एक बात बताई थी। कहने लगे कि कुरान की अपनी एक चाशनी है। कहने लगे कि मुनाजरे के दौरान कुरान की आयतें पढ़ पढ़ के तो समझाओ, तो उसमें ये होगा कि जो सामने वाला होता है ना अवाम, वो उससे बड़ी मुतासर होती है। जो सामने डिबेटर होता है वो तुम्हारा मकसूद नहीं होता। कौम जो है ना वो मुतासर होगी तो उसका कीदा संवर जाएगा। तो कुरान अब समझाएगा तो वही जिसको भाई ये ग्रामर या इस तरह की चीजें आती होंगी, वो कैसे समझाएंगे? नहीं तो खुद ही जब पता ही कुछ नहीं है तो वो क्या बंदा बताएगा किसी को। रही बात ये कि इधर देखें, पैवस्ता रहे शजर से उम्मीदें बहार रख, भाई उलमा के साथ रहेंगे तो चल यार, कोई एक लफ्ज नहीं समझ आया तो कोई हजारां दे विचों एक लफ्ज ते चलो समझ आएगा कि नहीं आएगा। अगर बिल फर्ज 1000 दे विचों एक लफ्ज भी नहीं समझ आया, मान लेने वो तुहानू जिहड़ी सोहबत है ना वो रंग चाड़ देगी। सिर्फ सोहबत क्लास दे विच तुहाडा सिर्फ शामिल होना वो तुहानू रंग चढ़ा देगा तुहाडे उत्ते। कोई सबक याद ना करो, कुछ याद ना करो, सिर्फ क्लास दे विच शामिल होना तुहाडा जिहड़ा ना वो तुहाडे उत्ते बड़ा रंग, बड़े असरात मुरतब करेगा। ते तुसीं यह नहीं समझदे पे यार, अल्लाह दे बंदे हो, तुहानू तो सारिਆਂ ਨੂੰ दाखला लेना चाहिए सी। मेरा टारगेट सी कि तकरीबन चलो 100 तालब इलम मैं कर लांगा, तुलबा और तालबात 100 दाखले मैं कर लांगा। हजे तक 2 दाखले होए जे, यानी क्लीयर, जिन्हां दियां फीसां आईयां ने। ते एक लंबी चौड़ी लिस्ट है जिन्होंने कहा जी बस भेज रहे हैं, पैसे भेज रहे हैं। भाई पैसे भेजोगे तो मैं दाखला उन्हीं तो नहीं देंगा, क्योंकि पहले भी मैंने बड़ियां क्लासां पढ़ाइयां ने, वो जरा कहते ना बाद चू देंगे, वो को नहीं होंदी हुंदी। मुफ्ती साहब मैं लाइव बंद करके ना तो मुंडे ਨੂੰ ਫੋਨ ਕਰਨਾ, ਉਹਨੇ ਦੁਕਾਨ ਕਦੋਂ ਖੋਲਣੀ ਹੈ। ਮੇਰਾ ਬੈਂਕਿੰਗ ਸਿਸਟਮ ਜਿਹੜਾ ਨਾ ਉਹ ਉੱਥੇ ਤੱਕ ਨਹੀਂ ਰੱਖਿਆ ਤਾਂ ਮੈਂ ਪਾਵਾਂਗਾ ਪੈਸੇ ਤੇ ਇੱਕ ਉਹ ਹੁੰਡੀ ਦੇ ਥਰੂ ਜਿੰਜ ਕਰਨਾ ਨਾ। ਚਲੋ ਇੱਕ ਜਿੰਜ ਵੀ ਤੁਹਾਡੀ ਇੱਕ ਸੋਰਸ ਹੈ ਉਹ ਓਪਨ ਮੀਡੀਆ ਤੇ ਤੁਸੀਂ ਨਾ ਦੱਸੋ, ਤੇ ਉਹ ਬਹਰਹਾਲ ਕਿਸੇ ਵੀ ਤਰੀਕੇ ਹੋ ਫਿਰ ਫੀਸ ਜਿਹੜੀ ਹੈ ਨਾ ਉਹ ਮੈਂ ਇਨਸ਼ਾਅੱਲਾ ਤਾਲਾ ਹੁਣ ਮੈਂ ਲਾਈਵ ਬੰਦ ਕਰਕੇ ਨਾ ਤੇ ਉਹਨੂੰ ਫੋਨ ਕਰਨਾ ਵਾ ਕਿ ਕਿੰਨੇ ਵਜੇ ਦੁਕਾਨ ਖੋਲਣੀ ਸੂ, ਤੇ ਇਨਸ਼ਾਅੱਲਾ ਕੱਲ ਪਰਸੋਂ ਤੱਕ ਮੇਰਾ ਜਿਹੜਾ WhatsApp ਨੰਬਰ ਹੈ ਨਾ, ਮੇਰਾ WhatsApp ਨੰਬਰ ਉਹਦੇ ਤੇ ਹੀ ਜਾਇਜ਼ ਕੈਸ਼ ਵੀ ਬਣੇ ਹੈ। ਜੀ ਜਜ਼ਾਕੱਲਾ। ਅੱਛਾ ਚਲੋ ਯਾਰ ਇਹ ਤੇ ਗੱਲਾਂ ਹੋ ਗਈਆਂ ਤੇ ਕਲਾਸ ਦੀਆਂ, ਤੇ ਮੈਂ ਅਸਲ 'ਚ ਇੱਕ ਹਵਾਲਾ ਲੈ ਕੇ ਆਇਆ ਸੀ ਤੇ ਉਹਦੇ ਉੱਤੇ ਕਰਨੀ ਸੀ ਅਸੀਂ ਗੁਫ਼ਤਗੂ, ਤੇ ਗੱਲਾਂ ਫਿਰ ਕਿਧਰੇ ਹੋਰ ਟੁਰਦੀਆਂ ਤੇ ਬੜਾ ਇੱਕ ਸੌਰੀ ਮਾਜ਼ਰਤ ਇੱਕ ਅਰਜ਼ ਕਰਨੀ ਸੀ ਜੀ। ਇਹ ਜਿਹੜੇ ਮਿਰਜ਼ੇ ਦੀਆਂ ਗਾਲਾਂ ਦਾ ਜੋ ਤੁਸੀਂ ਫੋਲਡਰ ਬਣਾਇਆ ਤਾਂ ਉਹ ਕਦੀ PDF ਤੇ ਮੈਨੂੰ WhatsApp ਤੇ ਭੇਜ ਦਿਓ ਨਾ ਸਰਕਾਰ। ਜੀ ਭੇਜ ਦਿਆਂਗੇ ਜੀ। ਮੈਂ ਬੜੀ ਮੈਂ ਕਹਿੰਦਾ ਵਾਰੇ ਨਿਆਰੇ ਹੋ ਜਾਣਗੇ। ਜੀ ਭੇਜ ਦਿਆਂਗੇ ਜਨਾਬ, ਭੇਜ ਦਿਆਂਗੇ। ਤੇ ਇੰਜ ਦੀਆਂ ਚੀਜ਼ਾਂ ਤੁਸੀਂ ਸਾਰੇ ਹੀ ਰਲ ਕੇ ਕਹਿੰਦੇ ਰਿਹਾ ਕਰੋ ਮੈਨੂੰ, ਇਹਦੇ ਨਾਲ ਮੈਨੂੰ ਜਿਹੜਾ ਨਾ ਕੰਮ ਕਰਨ ਦਾ ਮਜ਼ੀਦ ਜਜ਼ਬਾ ਮਿਲਦਾ ਹੈ। ਸਾਡੇ ਜ਼ਿੰਮੇ ਲਾਇਆ ਕਰੋ ਕੋਈ ਚੀਜ਼ਾਂ, ਸ਼ਾਹ ਜੀ ਇੰਜ ਕਰੋ, ਸ਼ਾਹ ਜੀ ਇੰਜ ਕਰੋ, ਸਾਨੂੰ ਇਹ ਚੀਜ਼ ਚਾਹੀਦੀ ਹੈ। ਉਹਦੇ ਨਾਲ ਇਹ ਵੇ ਕਿ ਅਸੀਂ ਵੀ ਥੋੜੇ ਜਿਹਾ ਮਸਰੂਫ ਰਹਿੰਦੇ। ਉਹਦੇ ਨਾਲ ਮੈਨੂੰ ਇਹ ਫਾਇਦਾ ਹੋਇਆ ਕਿ ਮੈਂ ਆਪਣਾ ਇਹ ਜਿਹੜਾ WhatsApp ਹੈ ਨਾ ਉਹ ਕਰ ਲਿਆ ਕਨੈਕਟ ਆਪਣੇ PC ਨਾਲ, ਲੈਪਟਾਪ। ਅੱਛਾ। ਤੇ ਅਕਸਰ ਮੈਂ ਇੰਝ ਹੁੰਦਾ ਵੇ ਕਿ ਮੈਂ ਲਾਈਵ ਲਾਉਣਾ ਨਾ ਜਦੋਂ, ਤੇ ਉਹ ਤੋਂ WhatsApp ਤੋਂ ਡਾਇਰੈਕਟ ਜੇ ਕੋਈ ਵੀਡੀਓ ਚਲਾਉਣੀ ਹੋਏ ਉਹ ਬੜਾ ਈਜ਼ੀ ਹੋ ਗਿਆ ਕੰਮ ਮੇਰੇ ਵਾਸਤੇ। ਪਹਿਲੇ ਮੈਂ ਨਹੀਂ ਸੀ ਕੀਤਾ ਲੇਕਿਨ ਹੁਣ ਮੈਂ ਕਰ ਲਿਆ। ਪਹਿਲੇ ਮੈਂ ਡਰਨਾ ਸੀ। ਲੈਪਟਾਪ ਤੋਂ ਇਸ ਟਾਈਮ ਨਹੀਂ ਮੈਂ ਤਾਂ ਤੇ ਬੈਠਾ ਰਹਾਂ ਕਾਲ ਦੇ ਉੱਤੇ, ਬੈਠਾ ਰਹਾਂ ਮੋਬਾਈਲ ਫੋਨ ਤੇ। ਨਹੀਂ ਤੇ WhatsApp ਤੇ ਲੈਪਟਾਪ ਤੇ ਵੀ ਚੱਲ ਜਾਂਦਾ ਹੈ, ਯਾਨੀ WhatsApp ਨਹੀਂ, ਸੌਰੀ, TikTok WhatsApp ਤੇ ਚੱਲਦਾ ਤਾਂ ਮੈਂ, ਲੇਕਿਨ ਕਦੀ ਉਹ ਚਲਾਇਆ ਨਹੀਂ ਹੈ।
ਉਹ 6 ਮਹੀਨੇ ਦੀ ਪੁਰਾਣੀ ਆਈਡੀ ਹੋਏ ਤੇ ਫੇਰ ਹੁੰਦਾ ਹੈ। ਨਹੀਂ ਮੁਫਤੀ ਸਾਹਿਬ, ਉਹ ਜੋ ਮੈਂ ਆਲਰੇਡੀ ਕੀਤਾ ਦਵੇ ਆ ਜਾਂਦਾ ਲਾਈਵ ਉਹ ਵੀ, ਲੇਕਿਨ ਉਹਦਾ ਉਹ ਮਜ਼ਾ ਯਾਰ ਨਹੀਂ। ਸਾਨੂੰ ਵੀ ਤਰੀਕੇ ਦੱਸੋ ਨਾ ਯਾਰ, ਸ਼ਾਇਦ ਤੁਸੀਂ ਵੇਖ ਲਓ ਫਿਰ। ਹੈ ਸਾਨੂੰ ਵੀ ਤਰੀਕੇ ਦੱਸੋ ਨਾ ਜੀ। ਮੇਰੇ ਵਾਸਤੇ ਨਾ ਲੈਪਟਾਪ ਦੇ ਉੱਤੇ ਕਿਸੇ ਵੀ ਕਿਸਮ ਦਾ ਕੰਮ ਕਰਨਾ ਬੜਾ ਆਸਾਨ ਹੁੰਦਾ। ਉਹਦੇ ਤੇ ਕੱਖ ਮਜ਼ਾ ਨਹੀਂ ਜੇ, ਅੱਛਾ ਮਜ਼ਾ ਨਹੀਂ। ਆ ਮੈਂ ਵੀ ਤੁਹਾਨੂੰ ਦੱਸਣਾ, ਮੈਂ ਆਲਰੇਡੀ ਟਰਾਈ ਕਰਕੇ ਕਰ ਚੁੱਕਿਆ। ਉਹਨੂੰ ਕਹਿੰਦੇ ਨੇ ਟਿਕਟੌਕ ਲਾਈਟ, ਠੀਕ ਹੈ। ਕੋਈ ਕਾਲ ਹੋ ਜਾਂਦਾ ਹੈ, ਲੇਕਿਨ ਉਹਦੇ ਤੋਂ ਪਤਾ ਨਹੀਂ ਚੱਲਦਾ ਕਿ ਕਾਲ ਕਿਨੇ ਪਾਈ ਦੀ ਹੈ। ਉਹ ਬੜੇ ਲੰਮੇ ਰੱਫੜ ਜੇ। ਫੋਨ ਠੀਕ ਰਹਿੰਦਾ, ਬੈਸਟ ਰਹਿੰਦਾ ਫੋਨ। ਫੋਨ ਦਾ ਇਹ ਵੇ ਕਿ ਜੇ ਤੁਸੀਂ ਲੰਮੀ ਗੱਲ ਕਰਨੀ ਹੈ ਨਾ ਕਿਸੇ ਇਨਸਾਨ ਨਾਲ ਲਾਈਵ ਟਿਕਟੌਕ ਤੇ, ਫੋਨ ਨੂੰ ਕੋਈ ਠੰਡੀ ਜਗ੍ਹਾ ਤੇ ਰੱਖੋ, ਫੋਨ ਨੂੰ ਗਰਮ ਨਾ ਹੋਣ ਦਿਓ, ਕਿਉਂਕਿ ਉਹਦੇ 'ਚ ਫਿਰ ਫੋਨ ਦਾ ਹੋਣਾ। ਮੇਰਾ ਫੋਨ ਹੈ ਨਾ 6-6 ਘੰਟੇ ਚੱਲਦੀ ਹੈ, ਲਾਈਵ ਚੱਲਦੀ ਹੈ। ਮੈਂ ਹੁਣ ਵੀ ਇਹਨੂੰ ਕੀ ਕਹਿੰਦੇ ਨੇ ਥੱਲੇ ਲੁੱਪੀ ਲਾਈ ਦੀ ਹੈ, ਚਾਰਜਿੰਗ ਵੀ ਹੋ ਰਿਹਾ, ਲਾਈਵ ਵੀ ਚੱਲਣੀ ਹੈ ਵੀ। ਉਹ ਮੈਂ ਸਿਰਫ ਤਰੀਕਾ ਇਹ ਰੱਖਿਆ ਦਾ ਕਿ ਫੋਨ ਨੂੰ ਇੱਕ ਠੰਡੀ ਜਗ੍ਹਾ ਤੇ ਰੱਖਣਾ, ਕਿਉਂਕਿ ਇਹ ਜਿੰਨਾ ਗਰਮ ਹੋਏਗਾ ਐਨੇ ਹੀ ਇਹਦੇ ਆਈਸੀ ਜਿਹੜੇ ਨੇ ਉਹ ਉੱਡਣ ਦਾ ਖਤਰਾ ਘੱਟ ਹੋਣਾ। ਅੱਛਾ ਯਾਰ, ਇਹ ਹਵਾਲਾ ਇੱਕ ਉਸਮਾਨ ਜੀ ਉਸਤਾਦ मोहतरम। ਇਹ ਹਵਾਲਾ ਪੜ੍ਹ ਤੇ ਇਹਦੇ ਉੱਤੇ ਗੁਫ਼ਤਗੂ ਵੀ ਕਰਤੇ। ਮੈਂ ਗਰੁੱਪ ਦੇ ਵਿੱਚ ਵੀ ਇਹ ਹਵਾਲੇ ਸੈਂਡ ਕਰਨ ਲੱਗਾ ਜੇ, ਤੇ ਇਹ ਖੁਦ ਵੀ ਲਾਓ। ਇਹ ਜਿਹੜੀ ਕਾਦੀਆਨੀਆਂ ਦੀ ਨਮਾਜ਼ ਹੈ, ਠੀਕ ਹੈ ਜੀ। ਅੱਛਾ ਮੁਫਤੀ ਸਾਹਿਬ, ਇੱਕ ਸਾਡੇ ਕੋਲ ਵੀ ਹਵਾਲਾ ਹੈ ਜੇ ਤੁਹਾਡੇ ਵਾਸਤੇ। ਅੱਛਾ ਜੀ ਜੀ। ਇਹ ਉਸਮਾਨ ਭਾਈ ਤੁਹਾਨੂੰ ਦੇਣੇ ਨੇ। मोहतरम मैं पढ़ता हूँ, और इससे अगला सफ़ा जो है वो भी पढ़ेंगे, और इससे क्या साबित होता है वो भी बताएंगे। कल मेरी इसके ऊपर डिबेट भी हुई है कादियानी से, तो कादियानी ने अपना ये मौक़िफ़ दिया कि देखो कि जिस तवज्जो के साथ तुम बीवी के साथ सोहबत करते हो, और जिस तवज्जो के साथ सोहबत करके उसके इंदाम नहानी में अपना नुतफ़ा गिराते हो, तो वही तवज्जो इबादत में याद इलाही में होनी चाहिए। ये मिर्ज़ा कादियानी का कहना है, तो हम इसको मानते हैं। तो जब सवाल हुआ कि जो गैर शादीशुदा हैं तुम लोगों में लजनाएं, और तुम में जो बच्चे गैर शादीशुदा हैं, तो वो तवज्जो फिर कैसे करें, वो किस तरफ ध्यान दें, तो उसका कहना ये था कि रंडी खाने इसीलिए तो खुले हुए हैं। ये बात कोई अपनी तरफ से नहीं खुले हुए हैं। हमने कहा कि भाई अगर ये रंडी खाने खुले हुए हैं और तुम कहते हो कि किसी ना किसी ने ये काम किया ही होता है, तो भाई मैं तेरे सामने मौजूद हूँ, मैंने तो किसी रंडी से ताल्लुक़ नहीं बनाया, ठीक है, मैंने तो किसी रंडी से ताल्लुक़ नहीं बनाया। उसने बहतान लगाया कि मुसलमान भी जो है हर मुसलमान जो है ना वो किसी ना किसी रंडी से सोहबत कर चुका होता है। मैंने कहा ये तुम्हारी बात ही सिरे से गलत है। तो कहता है ये रंडी खाना फिर हीरा मंडी ये किसकी है? मैंने कहा कि ये तो मिर्ज़ा कादियानी की है। उस पर वो आग बगोला हो गया, गालियां निकालने लग गया कि भाई तूने सवाल ही एक गलत किया है कि हर बंदा, हाँ कादियानी हर एक जानी कह सकते हो, और आपकी तालीम ये है, जबकि मुसलमानों की जो ये तालीम नहीं है। तो ये पढ़ लेते हैं उस्ताद मोहतरम। जिल्द 21 है, सफ़ा 192। ज़मीमा बराई ने अहम किया हिस्सा पंजम है। कहता है कि ये मिर्ज़ा कादियानी की नज़र में खशो खदू, वो मिर्ज़ा कादियानी की नज़र में, इस हवाला का टाइटल कह दे कि उसकी नज़र में खशो खदू है क्या चीज़। कहता है रहीम खुदा के ताल्लुक़ से सख्त बेनसीब होते हैं, ये लोगों की बात कर रहा है कि रहीम खुदा के ताल्लुक़ से सख्त बेनसीब होते हैं, और उस नुतफ़ा की तरह होते हैं जो आतशक की बीमारी या जज़ाम के आर्जा से जल जाए और इस काबिल ना रहे कि रहम से ताल्लुक़ पकड़ सके। कहता है कि जो खुदा से ताल्लुक़ नहीं बना पाते, उनकी मिसाल ऐसे ही है कि जैसे वो एक मनी के नुतफ़ा की तरह है जो आतिशक या जज़ाम की
عارضے یعنی بیماری کی وجہ سے وہ نطفہ، وہ منی کا قطرہ جل جاتا ہے، وہ رحم میں داخل ہونے کے یا تعلق پکڑنے سے اس کا تعلق ختم ہو جاتا ہے، وہ بیمار اتنا نطفہ جو ہے وہ قطرہ اتنا بیمار ہو جاتا ہے، یعنی کہ اس کے جراثیم مر جاتے ہیں، وہ جذام کے عارضے کی وجہ سے جل جاتے ہیں، تو وہ پھر رحم میں ٹھہرتا نہیں ہے نطفہ. تو وہ لوگ اس نطفہ کی طرح ہیں جو جل جائے اور خدا سے وہ تعلق نہیں کر سکتے. تو آگے کہتا ہے پس رحم اور رحیم، معاذ اللہ، رحیم خدا کی صفت ہے، اللہ تعالیٰ کی صفت خاص، اور جس کو یہ رحم کے ساتھ رحم اور رحیم، جس طرح وہ اس نے اور آم کی تشبیہ دی، اور اسی طرح ابے کی تشبیہ اس نے اس ملعون نے جو ہے وہ بڑے گندے طریقے سے دی، اسی طرح یہاں پہ رحم اور رحیم، عورت کے پیٹ کے اندر جو رحم ہے اس کو رحیم کا تعلق بنانے کی کوشش میں، اس کو تشبیہ دینے کی کوشش میں دیکھیں کیسی کیسی گستاخی لکھ رہا ہے. کہتا ہے پس رحم اور رحیم کا تعلق یا عدم تعلق ایک ہی بنا پر ہے، صرف روحانی اور جسمانی عوارض کا فرق ہے. یعنی کہ جو رحم کا تعلق ہوتا ہے عضو تناسل اور نطفہ کے ساتھ وہ جسمانی ہے، اور جو رحیم کے ساتھ ہوتا ہے وہ روحانی ہے. جیسا کہ نطفہ اپنے بعض ذاتی عوارض کی روح سے اس لائق نہیں رہتا، جیسے اوپر بات ہوئی کہ ایسے نطفہ وہ بیمار ہو جاتا ہے تو وہ رحم سے تعلق نہیں پکڑ پاتا، تو کہتا ہے نطفہ بعض اپنے ذاتی عوارض کی روح سے اس لائق نہیں رہتا کہ رحم اس سے تعلق پکڑ سکے اور اس کو اپنی طرف کھینچ سکے. ایسا ہی حالت خشوع جو نطفہ کے درجہ پہ ہے، پھر اس نے گستاخی کی اور کہتا ہے کہ ایسا ہی حالت خشوع اس نطفہ کی طرح ہے، اس نطفہ کے درجہ پہ ہے کہ بعض اپنے عوارض ذاتیہ کی وجہ سے، جیسے تکبر اور عجب اور ریاکاری جسے کہتے ہیں، ریا اور کسی قسم کی دلالت یعنی گمراہی کی وجہ سے یا شرک سے اس لائق نہیں رہتی کہ رحیم خدا اسے تعلق پکڑ سکے. معاذ اللہ، معاذ اللہ. کہتا ہے کہ جیسے انسان میں ریاکاری آ جاتی، تکبر آ جاتا ہے، تو اس وجہ سے وہ رحیم خدا سے تعلق نہیں پکڑ سکتے. اس کی مثال ایسی ہے جیسے نطفہ جو ہے وہ رحم سے تعلق نہیں پکڑ پاتا. پھر کہتا ہے پس نطفہ کی طرح تمام فضیلت روحانی وجود کے اول مرتبہ کی جو حالت خشوع ہے، کہتا ہے تمام فضیلت روحانی جو فضیلتیں ہیں ان کے اول مرتبہ کی جو حالت ہے وہ خشوع ہے، رحیم خدا کے ساتھ حقیقی تعلق پیدا کرنے سے وابستہ ہے، جیسا کہ تمام فضیلت نطفہ کی. پھر یہ مثال دے رہا ہے ہر جگہ پہ یہ اپنی گندی ذہنیت جو ہے وہ دکھائے گا ہر جگہ پہ. ان دو حوالوں میں 2 صفحے پڑھوں گا. تو اسی طرح اس نے بھی فضیلتیں ادھر گندے ایک نطفے کی اور اسی طرح جناب ایک خشوع کی حالت کی اس نے رحیم خدا کا نام لے کر اور اللہ کی صفت کا نام لے کر اس کو آپس میں تعلق پیدا کرنے کی جسارت کی ہے. ہم تو کہتے ہیں کہ اللہ کی ذات تو چھوڑ دو، نبی ولی کے جو خاک اور بال ہے ان کو بھی کسی جانور سے تشبیہ دینا یا کسی گندی شے سے ان کی مثال دینا، تشبیہ دینا کفر ہے ہمارے نزدیک. تو یہ خدا کی ذات کو لطف کے ساتھ رحم کے ساتھ تشبیہ دے رہا ہے. کہتا ہے پس اور یاد رکھنا چاہیے نماز اور یاد الہی میں جو کبھی انسان کو حالت خشوع میسر آتی ہے اور وجد اور ذوق پیدا ہو جاتا ہے یا لذت محسوس ہوتی ہے، یہ اس بات کی دلیل نہیں کہ اس انسان کو رحیم خدا سے حقیقی تعلق ہے. کہتا ہے کبھی نماز میں یاد الہی میں انسان کو جو حالت خشوع ہو جاتی ہے، حالت خشوع جب ہو جاتی ہے اور وجد اور ذوق بھی پیدا ہو جاتا ہے اور لذت بھی آتی ہے، یاد میں اللہ کی یاد میں جو لذت آتی ہے وہ بھی محسوس ہوتی ہے، لیکن ان لذت سے، اس خشوع خضوع سے، اس وجد سے، اس ذوق سے یہ دلیل نہیں پکڑی جا سکتی کہ واقعی ہی انسان کو خدا سے تعلق ہو گیا. پھر مثال دے گا کہ اس کی وجہ کیا ہے. کہتا ہے جیسا کہ اگر نطفہ اندام نہانی یعنی کہ عورت کی شرم گاہ، جیسا کہ اگر نطفہ اندام نہانی کے اندر چلا جائے، داخل ہو جائے اور لذت بھی محسوس ہو
تو اس سے یہ نہیں سمجھا جاتا کہ اس نطفہ کو رحم سے تعلق ہو گیا. معاذ اللہ. کہتا ہے کہ اگر کسی کو خشو خضوع کی حالت طاری ہو بھی گئی ہے نا یاد الہی میں، ذوق آ بھی گیا، لذت محسوس ہو بھی گئی، تو یہ اس بات کی دلیل نہیں ہے کہ اس کو خدا سے تعلق ہو گیا ہے. کہتا ہے اسی طرح کہ جیسے عورت کی شرمگاہ میں نطفہ گر جاتا ہے، اس کو مزہ تو آتا ہے، بندے کو نطفہ گرانے میں، اس کے اندر ڈالنے میں مزہ تو آ گیا، وہ لذت بھی محسوس ہوگی، مزہ بھی آ گیا، نطفہ بھی اندام نہانی کے اندر گر گیا. لیکن اس سے یہ نہیں سمجھا جائے گا کہ اس نطفہ کو رحم سے تعلق ہو بھی گیا ہے کہ نہیں. ایڈا وڈا ہے جناب البرٹ ٹونک وائن سائنسدان سی تینوں. اچھا پھر کہتا ہے بلکہ تعلق کے لیے علیحدہ آثار اور علامت ہیں. اب وہ کہتا ہے خشو خضوع اور نطفہ جو اندر گرتا ہے اس کے لیے نا آثار ہونے چاہیے، علامات ہونی چاہیے، پھر پتہ چلتا ہے تعلق ہوا کہ نہیں. اب وہ اس کی مثال کیسے دے گا؟ کہتا ہے پس یاد الہی میں ذوق شوق جس کو دوسرے لفظوں میں حالت خشوع کہتے ہیں، نطفہ کی اس حالت کے مشابہ ہے جب وہ ایک صورت انزال یعنی کہ جب وہ جلدی سے چھوٹتا ہے اندام نہانی میں گرنے کے لیے، وہ گرتا ہے. کہتا ہے وہ حالت خشوع اسی کو کہتے ہیں، وہ اس نطفہ کی حالت سے مشابہ ہے جب وہ ایک صورت انزال پکڑ کر اندام نہانی کے اندر گر جاتا ہے. معاذ اللہ. یہ ہے ان خبیثوں کی تحریرات کہ جس کو سیکس سے تشبیہ دی ہے اللہ کے تعلق کو، خشو خضوع کو، ایک اندام نہانی میں ایک صحبت کو، تعلق کو، اس کو تشبیہ دے دی اللہ کے تعلق سے. کہتا ہے اس میں کیا شک ہے کہ وہ جسمانی عالم میں ایک کمال لذت کا وقت ہوتا ہے. کہتے ہوں دیکھو اگوں پھر وہ پوری بغیرتی دس رہا ہے. کہتا ہے اس میں کوئی شک نہیں ہے کہ جسمانی عالم جب ہم یعنی کہ صحبت کرتے ہیں اس میں کمال لذت کا وقت ہوتا ہے، لیکن تاہم فقط اس قطرہ منی کا اندر گر جانا. پھر آگے بکواس سنیں. اس منی کا گر جانا اس بات کو، اگلا صفحہ میں نکالتا ہوں، اس بات کو مستلزم، اس بات کو یعنی کہ لازم نہیں ہے، لازم نہیں ہے، اس بات کو مستلزم نہیں ہے. کہتا ہے کہ ہمیں پتہ ہے، کہتا ہے مجھے اس میں کوئی شک نہیں کہ جب عورت کے اندر ہم صحبت کر کے اس کے اندر قطرہ ڈالتے ہیں، قطرہ منی کا اندر گرتا ہے، تو یہ بات لازم نہیں ہے کہ رحم سے اس نطفہ کا تعلق ہو جائے. پھر وہی بکواس، کیونکہ یہ ٹونک وائن پی ہوتی ہے، وہ بار بار ایک ہی تحریر کو بار بار مختلف الفاظوں کے ساتھ دہرا رہا ہے. ایک ہی تحریر ہے، ایک ہی اس کا معنی مفہوم ہے، اس کو بار بار دہرا رہا ہے ٹونک وائن پی کے. کہتا ہے کہ تاہم فقط اس قطرہ منی کا اندر گرنا اس بات کو مستلزم نہیں ہے، یعنی کہ اس بات پہ لازم نہیں ہے کہ اس کا رحم کے ساتھ تعلق ہو گیا ہے اور وہ رحم کی طرف کھنچ گیا ہے، یعنی کہ کھینچا جائے. پس ایسا ہی روحانی ذوق شوق حالت خشوع اس بات کو مستلزم نہیں کہ رحیم خدا سے ایسے شخص کا تعلق ہو جائے. اور پھر وہی بکواس رپیٹ ہوگی، پورا صفحہ گزر گیا، اس نے وہی بکواس کو مختلف الفاظوں کے ساتھ دہرایا. آگے کہتا ہے رنڈی کی طرف دیکھیں. اب رنڈی سے بھی انسان کرتا ہے، لوگ رنڈی سے بھی کرتے ہیں صحبت، اس کے اندر بھی منی کا قطرہ گرتا ہے. وہ اس کی یہ تشبیہ کیسے دے گا کہ اس کی تشبیہ یہ ہے کہ جب رنڈی کے ساتھ کرو وہ جو مزہ آتا ہے نا، مزہ آتا ہے. کہتا ہے مزہ تو آتا ہے لیکن اس میں جو ہے وہ مزہ نہیں آتا، لیکن اس کو حرام کاری کہتے ہیں. اسی طرح وہ کہتا ہے کہ خدا کے ساتھ تعلق ہوتا ہے لیکن بندہ چنگا نہیں ہوتا، تو لہٰذا اس کا تعلق بھی جو ہے نا وہ صحیح نہیں مانا جائے گا. رنڈی کے ساتھ تعلق بھی صحیح نہیں مانا جائے گا، مزہ تو آتا ہے اس میں بھی. تو اسی طرح انسان جو ہے وہ ہوتا تو ریاکار ہے، بت پرست ہے، مخلوق پرست ہے، تو لہٰذا اس حالت میں بھی اس کا تعلق خدا سے نہیں مانا جائے گا. انی دیا وہ تو مثال دینی ہے تو مثال دے، کوئی اور دے. اور تو عبادت کو گندے نطفے سے اور پھر حرام کاریوں سے مثالیں دے رہا ہے. کہتا ہے ایسا ہی روحانی ذوق شوق حالت خشوع اس بات کو مستلزم نہیں کہ رحیم خدا سے ایسے شخص کا تعلق ہو جائے اور اس کی طرف کھینچا جائے، بلکہ جیسا کبھی نطفہ حرام کاری کے طور پر کسی رنڈی کی پے ہے دال، یہ اچھا ٹھیک ہو گیا، PHUDDI، کسی نطفہ کبھی حرام کاری کے طور پر کسی رنڈی کے اندام نہانی میں پڑتا ہے تو اس میں بھی وہی لذت نطفہ ڈالنے والے کو حاصل ہوتی ہے. وہی جو کہہ رہا ہے بیوی کے ساتھ
اس کی اندام نہانی میں منی گرانے کا جو مزہ آتا ہے، لطف آتا ہے، وہ رنڈی کے ساتھ بھی کہتا آتا ہے، جیسا کہ اپنی بیوی کے ساتھ، خود الفاظ بھی لکھ دیا کہ رنڈی کے ساتھ اور اپنی بیوی کے ساتھ. پس ایسا ہی بت پرست مخلوق پرست کا خشو خضوع حالت ذوق شوق رنڈی بازوں سے مشابہ ہے. یعنی خشوع اور خضوع مشرکوں اور ان لوگوں کا جو محض اغراض دنیاوی کی بنا پر خدا کو یاد کرتے ہیں، اس نطفہ سے مشابہت ہے. یعنی کہ جو کوئی قادیانی ملعون خنزیر سور جو قادیانی رنڈی کاری کرتا ہے، مبشر لقمان جس نے اپنی بیٹی ندا کے ساتھ رنڈی بازی کی اور اپنی بیٹی کی وہ لیتا رہا اور اس میں وہ گراتا رہا، اس کی اندام نہانی میں گراتا رہا اور وہ چیخیں مارتی رہی، تو وہ ایسے ہی ہے کہ جیسے اس نے جناب علی مشرکانہ بت پرستی مخلوق پرستی والا کام کیا اور اپنی بیٹی کے اندر ڈالا، لیکن اس کا جو غرض تھی وہ دنیاوی تھی، لہذا اس کی جو یاد ہوگی نا خدا کے ساتھ وہ اس نطفہ، ہاں بھائی مبشر لقمان تو مشابہ رکھتا ہے اس گندے نطفے کے ساتھ جس نے اپنی بیٹی کے ساتھ زنا کیا. ہاں تیرے لیے تو یہ مثالیں ہیں قادیانیوں، تم لوگوں کے لیے تو یہ مثال بڑی فٹ بیٹھتی ہے. یہ مسلمانی تشبیہات دیتا ایسے گندے مثالوں سے، گندی مثالوں سے، ایسی تشبیہات مسلمان تو نہیں دیتا. ہاں مبشر لقمان وہ شنڈی شاہ وہ اس نطفہ سے بالکل مشابہت رکھے ہیں، گندے نطفے سے کہ جو جناب ان کے اندر سے ہی نکلتا ہے یا پھر وہ کسی اور سے لیتے ہیں پھر آگے جناب اپنی بیٹی کی اندام نہانی میں ڈالتے ہیں. وہ تم لوگوں کے لیے تو مثال بالکل ٹھیک ہے. تو کہتا ہے کہ اس نطفہ سے مشابہت رکھتا ہے جو حرام کار عورتوں کے اندام نہانی میں جا کر باعث لذت ہوتا ہے. بھائی تو نے پیچھے دلیل تو دی تھی کہ لذت جو آتی ہے، یہ جو ادھر بھی لکھا ہوا ہے کہ اس نطفہ کی حالت مشابہ ہے، لذت تو آتی ہے وہ رنڈی میں بھی آئے یا بیوی کے ساتھ بھی آئے. جو لذت آتی ہے وہ لذت جو آتی ہے اسی طرح لذت جو ہے وہ یاد الہی میں آنی چاہیے. کہتا ہے یہ پس یاد الہی میں ذوق شوق جس کو دوسرے لفظوں میں حالت خشوع کہتے ہیں، اس نطفہ کی حالت سے مشابہ ہے جب وہ ایک صورت انزال پکڑ کے اندام نہانی میں گر جاتا ہے. یعنی کہ وہ اسی نطفہ کے حالت مشابہ ہے جب وہ اندر گرتا ہے عورت کی PUDDI میں. تو اسی جب ہے اس کے مشابہ ہے تو وہ چاہے رنڈی کی اندام نہانی ہو وہ چاہے بیوی کی ہو، وہ آ گیا لطف، تو آ گیا نا، لطف آ گیا. وہی لطف تم لوگوں کو یہ لاش کی عبادت میں یاد الہی میں آنا چاہیے، تو چاہے وہ رنڈی ہو تو چاہے وہ بیوی ہو. تم لوگوں کو ہے بیوی تو ان کی بھی رنڈی ہے کیونکہ ان کے نکاح جو ہے وہ زنا کے طور پہ ان کے نکاح یہ زانی ہے. جی شاہ جی آپ کچھ کہنا چاہتے ہیں؟ جی عثمان بھائی میں آپ کو یہ کہنا چاہ رہا تھا کہ بھی یہ جو نیچے بیٹھے ہیں کچھ احمدی حضرات، انہیں نا آپ کی جو انگلش کے لفظ بول رہے ہیں نا ان کو سمجھ نہیں آ رہی. جیسا کہ مرزا اپنی کتاب میں لکھتا ہے لجنات کے کنویں، آپ کنویں کا لفظ استعمال کر لیں. جی ٹھیک ہو گیا. تھوڑا جہا الفاظ جڑے نے نا پلیز رکھو. ہاں کنویں غیرت نہیں ہویا جاندہ کنجر نے انہاں دیاں عبارتاں کنج پڑھتے ہون گے گھر بیٹھ کے. نہیں یہ مقصد ہے کہ انہوں نے بھی پتہ لگ گیا نا بھی کس چیز کا ذکر ہو، کنواں کہہ دیا کیونکہ انہوں نے کتاب چ لکھے ہے نا. جی اچھا، اب ٹونک وائن کا ایک اور نمونہ لیں. اب اگلے صفحے کو میں نے آدھا پڑھ لیا ہے، وہ ادھر تو لکھا ہوگا اگلے صفحے میں. جی استاد محترم ایک بات ہے کہ میں نے نا شاہ جی آپ کو آصف عثمان شاہد بھائی سب کو عربک گرامر کورس میں شامل کر لیے، ٹھیک ہے، گروپ کے اندر شامل کر لیے، اور دیگر بھی دوستوں کو میں نے شامل کر لیا ان کی اجازت کے بغیر. امید ہے کہ یہ سارے کریں گے. غلام مصطفیٰ عامر مرزا، ارسلان گجر، افی شاہ، تنویر یوسفی، سہیب راجہ، ضمیر کیانی، خواجہ عادل، راجہ جاوید، ذکی بیرسٹر، سلمان ازکین، شاہد، قدیر مہر، چودھری کاشف، عامر اوان، عثمان رضوی، مزمل، میاں تیمور، وقار احمد، وقاص، راؤ نعیم، باجی چندہ،
सादिया और उमैर शाह साहब, ये अभी तक दाखिले हो चुके हैं। ठीक है जी, फीसें बाद में आप लोगों की आती रहेंगी, क्योंकि अभी दिन तो 2 रह गए हैं बीच में, और ये ना हो कि मैं जिनको मैं पढ़ाना चाह रहा हूँ वो ही बंदे पीछे रह जाएं। तो ये मैंने अगर फिर भी अगर कोई समझता है नहीं उसने करना ही नहीं, तो वो ग्रुप लेफ्ट करना चाहे तो कर सकते हैं। ठीक है, चलें भाई, बात जारी रखें। जी जज़ाकल्लाह उस्ताद मोहतरम। अच्छा, उस शाहजी उसकी टॉनिक वाइन और अफीम, वो शराबी जानी का आप हालत चेक करें। अब उसी बात को अब दूसरे लफ्ज़ों में बयान करेगा। सेम वही बात है जो इस सफ़े में आई, फिर अगले सफ़े के 2 जगहों पे आई, अब तीसरी जगहों पे आने लगी है। कहता है कि हालत खशू में भी ताल्लुक़ पकड़ने की इस्तेदाद मगर सिर्फ हालत खशू और रिक्कत और सोज इस बात पर दलील नहीं कि वो ताल्लुक़ हो भी गया है, जैसा कि नुतफ़ा की सूरत में जो उस रूहानी सूरत के मुकाबल पर ही मुशाहदा ज़ाहिर कर रहा है। अगर कोई शख्स अपनी बीवी से सोबत करे और मनी औरत के अंदाम नहानी में दाखिल हो जाए, उसको इस फेल से कमाल लज्जत हासिल हो, तो ये लज्जत इस बात पर दलालत नहीं करेगी कि हमल हो गया है। बस ऐसा ही खशू और सोज व गदाज की हालत गो वो कैसी ही लज्जत और सुरूर के साथ हो, खुदा से ताल्लुक़ पकड़ने के लिए कोई लाजमी इलामत नहीं। देखें, वो उन अल्फाजों को सिर्फ बदल के वो खंजीर की सोच वहीं पे अड़ी हुई है। 2 सफ़े गुजर गए, उस खंजीर की सोच वहीं पे अड़ी है कि किसी तरह से मैं बार बार ये अल्फाज दोहरा कर इन कादियानियों के ज़हनों में बार बार ये गंदी बात मैं दोहराऊं कि भाई जब तुम रंडी के साथ, बीवी के साथ ज़ोबत करते हो और उसके अंदर मज़ा ले के लज्जत तो लेते हो और फिर उसके अंदर कतरा भी गिराते हो, तो उससे ये लाजम नहीं आता कि औरत को हमल हो गया। इसी तरह तुम जितना मर्जी याद इलाही में गुम हो जाओ, तो इससे ये लाजम नहीं आता कि खुदा से ताल्लुक़ हो गया। तो भाई उसके लिए फिर दलील क्या है? अन्नी दिया दलील क्या है? दलील यही जो उसने बयान कर दी कि याद इलाही को दूसरे लफ्ज़ों में हालत खुशू कहते हैं, नुतफ़ा की उस हालत के मुशब्बे है जब वो सूरत अंजाल पकड़ कर निदाम नहानी के अंदर गिर जाता है। वजह यही है कि भाई वही मज़ा लज्जत जो बीवी के साथ या रंडी के साथ आता है, वही मज़ा याद इलाही में आना चाहिए। ये है असल तहरीर का लुब्बे लुबाब। मैं आगे भी 4 सफ़े पढ़ दूं, यही गंदी बातें लिखी हुई हैं। नहीं यार, छोड़ो, दफा करो, कसम है खुदा की। नहीं इस मुकम्मल करें के पूरा बुरे नु बुरे दे घर तक छड़ के आए थे। पढ़ो जी पढ़ो, सफ़े अगले ला लेना। तू की ना ही तेरा उस्मान? नहीं, अगर बुरे ਨੂੰ ਗੈਰਤ ਹੀ ਨਾ ਆਵੇ ਤੇ ਫਿਰ ਉਹਨੂੰ ਘਰ ਛੱਡ ਕੇ ਆਣ। ਕੋਈ ਗੱਲ ਨਹੀਂ, ਅਸੀਂ ਆਪਣੀ ਗੱਲ ਸੁਣਾਵਾਂਗੇ, ਅਸੀਂ ਆਪਣੀ ਗੱਲ ਸੁਣਾ ਕੇ ਰਹਿਣਾ ਹੈ, ਕੋਈ ਸੁਣੇ ਨਾ ਸੁਣੇ। ਮੁਫਤੀ ਸਾਹਿਬ ਮੈਂ ਸੌਣਾ, ਮੈਂ ਕੱਲਿਆਂ ਸੌਣ। ਮੁਫਤੀ ਸਾਹਿਬ ਅੱਛਾ ਇਹ ਸੌਣ ਲੱਗਿਆ ਤਾਂ ਤੁਸੀਂ ਚੱਲ ਉਸਮਾਨ ਕਰ ਲੈਂਦਾ ਬਰਾੜ ਓਪਨ, ਕੋਈ ਮਸਲਾ ਨਹੀਂ ਯਾਰ। ਨਹੀਂ ਬਰਾੜ ਦੀ ਕੋਈ ਨਹੀਂ, ਕੈਰੀ ਔਨ। ਮੈਂ ਕਰ ਲੈਣਾ ਮੁਫਤੀ ਸਾਹਿਬ। ਸ਼ਾਹ ਜੀ ਕਰ ਲੈਂਦੇ ਨੇ, ਉਹ ਕੋਈ ਮਸਲਾ ਨਹੀਂ। ਨਹੀਂ ਤੁਸੀਂ ਕਰੋ ਗੱਲ ਪੂਰੀ ਕਰੋ ਯਾਰ। ਈਜ਼ੀਲੀ ਤੁਸੀਂ ਕਹਿ ਦੇਣਾ ਭਾਈ ਮੈਂ ਜਾਣ ਲੱਗਾ। ਮੁੰਡੇ ਫਿਰ ਬੜੇ ਨੇ ਅੱਲਾ ਦੇ ਹੁਕਮ ਨਾਲ, ਤੇ ਨਾਲੇ ਕਿਸੇ ਜਾਣ ਲੱਗਿਆ ਨਾ ਕਿਸੇ ਦੀ ਡਿਊਟੀ ਲਾ ਕੇ ਜਾਇਆ ਕਰੋ ਕਿ ਭਾਈ ਹੁਣ ਤੂੰ ਸ਼ੁਰੂ ਕਰ, ਇੰਜ ਕਰਕੇ। ਮੁਫਤੀ ਸਾਹਿਬ ਅਸਲ ਦੇ ਵਿੱਚ ਨਾ ਪਾਏ ਦਿਮਾਗ ਨੂੰ ਚੜੇ ਨੇ, ਤੇ ਤੂੰ ਫਿਰ ਖੁਸ਼ੂ ਦੀ ਗੱਲ ਹੋ ਰਹੀ ਹੈ ਤੇ ਫਿਰ ਸ਼ਾਹ ਜੀ ਮੈਂ ਤੁਹਾਡੇ ਦੱਸਣ ਤੋਂ ਬਗੈਰ ਪਕਾਏ ਆ, ਉੱਤੇ ਰੱਖ ਆਇਆ, ਤੇ ਇਨਸ਼ਾਅੱਲਾ ਤਾਲਾ ਫਜ਼ਲ ਖੁਦਾ ਤੁਹਾਡੇ ਸਾਹਮਣੇ ਬਹਿ ਕੇ ਅੱਜ ਰਾਤੀ ਖਾਸਾ। ਕਿਹਦੇ ਉੱਤੇ ਰੱਖ ਆਏ ਹੋ? ਚੁੱਲ੍ਹੇ ਤੇ। ਅੱਛਾ, ਮੁਫਤੀ ਸਾਹਿਬ ਨੇ ਵੀ ਦੇਖੋ ਅੱਜ ਪਹਿਲੀ ਵਾਲੀ ਗਲਤ ਗੱਲ ਕੀਤੀ ਹੈ ਕਿ ਕਹਿੰਦੇ ਨੇ ਬੁਰੇ ਨੂੰ ਬੁਰੇ ਦੇ ਘਰ ਤੇ ਛੱਡ ਕੇ ਆਣਾ। ਮੁਫਤੀ ਸਾਹਿਬ ਉਹ ਬੁਰਾ ਆਪਣੇ ਘਰ ਬਹਿ ਕੇ ਬੁਰਾਈ ਕਰਦਾ ਪਿਆ, ਤੇ ਕਿਹੜਾ ਘਰ ਤੇ ਕਿਤੇ ਤੁਸੀਂ ਛੱਡ ਕੇ ਆਣਾ? ਅੱਲਾਹੁ ਅਕਬਰ, ਬੇਗੈਰਤ ਇਨਸਾਨ। चलो जी, जारी रखो भाई, जारी रखो तुसी जी। अच्छा, अब मैं 2 सफ़े पढ़े हैं, अब 194 पढ़ता हूँ। ये 192 लगा है, 93 पर पढ़ा मैंने, अब 194 वही गंदी बातें। कहता है कि यानी किसी शख्स में नमाज और याद इलाही की हालत में खशू और सोजो गुदाज और गिरिया व जारी पैदा होना लाजमी तौर पर इस बात को मुस्तलज़म नहीं, वही बात कि इस बात को लाजम नहीं कि उस शख्स को खुदा से ताल्लुक भी है। वो अन्नी दिया तू गंदी गल्लां करनियां है तू कर, लेकिन ਉਹਨੂੰ ਨਾ ਕੋਈ ਬਹਾਨਾ ਮਿਲ ਰਿਹਾ ਹੈ, ਬਹਾਨਾ ਉਹਨੂੰ ਲੱਭ ਗਿਆ, ਉਹਨੂੰ ਇੱਕ
اپنی وہ گندی سوچ جو ہے وہ دکھانے کے لیے لوگوں کو، اس کو ایک بہانہ مل گیا کہ میں کسی طرح اس کے ساتھ جوڑوں. آج تک 1400 سال میں معاذ اللہ کسی نے یاد الہی کو، خوش و خضوع کو سیکس سے تشبیہ نہیں دی. وہ اگلی صفحے پہ پھر وہی بات اپنی اس نے دہرائی ہے. کہتا ہے کہ اس پر یہ لازم نہیں اس شخص کو خدا سے تعلق ہے. ممکن ہے یہ سب حالات کسی شخص میں موجود ہوں مگر ابھی اس کو خدا سے تعلق نہیں ہے، جیسا کہ مشاہدہ صریحہ اس بات پر گواہ ہے کہ بہت سے لوگ نصیحت کی مجلسوں، واعظ و تذکرے کی محفلوں یا نماز یا یاد الہی کی حالت میں خوب روتے، وجد کرتے، نعرے مارتے. یہ وہ جسے کہتے ہیں نا کہ جیسے علماء ہیں، اگر وہ محفل ذکر کریں گے نا تو یہ لوگ جان بوجھ کر نفرت سے، حسد سے کہ یہ علماء کیوں بیٹھ گئے محفل ذکر میں، تو ان کو جناب کوئی موقع ملے تو وہ جان بوجھ کر ان علماء کی انسلٹ کرنے کے لیے تو یہ اس طرح کی باتیں لکھتے ہیں کہ بھائی علماء یہ بات کیوں. اگر ہم ملحدین کا رد کرتے نظر آئیں گے نا تو یہ ان کو پڑ جائے گی کہ بھائی یہ علماء کیوں جواب دے رہے ہیں یہودیوں کو. جیسے کل مفتی صاحب نے وہ محمود یہودی سے، نام اس کا کوئی اور ہی ہے لیکن وہ یہودی سے ڈیبیٹ کی نا تو نیچے قادیانی بڑبڑا رہے تھے، ان کو تکلیف ہو رہی تھی کہ ہائے یہ عالم دین جو ہیں یہ کیوں جواب دے رہے ہیں، ہم تو ان کے خلاف باتیں کرتے نظر آتے ہیں اور یہ اسلام کا دفاع کرتے نظر آ رہے ہیں ہمیں تو ان کو ایسے ہی تکلیف ہوتی. کہتے ہیں کہ کوئی بندہ واعظ تذکرہ کی محفلوں میں یا نماز اور یاد الہی کی حالت میں خوب روتے، وجد کرتے، نعرے مارتے، سوز و گداز کرتے ظاہر نظر آتے ہیں اور آنسو ان کے رخساروں پر پانی کی طرح روا ہو جاتے ہیں، بلکہ بعض کا تو رونا منہ پر رکھا ہوا ہوتا ہے. ایک بات سنی اور وہیں رو دیا، مگر تاہم لغویات سے وہ کنارہ کش نہیں ہوتے. کہتے وہ بھی جو وہ لغویات سے دور نہیں ہوتے، ان میں بھی لغو ہوتا ہے معاذ اللہ. اور بہت سے لغو کام اور لغو باتیں اور لغو سیر اور تماشے ان کے گلے کا ہار ہو جاتے ہیں، جن سے سمجھا جاتا ہے کہ کچھ بھی ان کو خدا سے تعلق نہیں. وہ بھائی تیری جماعت میں تو نے تو کبھی استغفار نہیں کی، کبھی تو نے روزے نہیں رکھے، زکوٰۃ تم نے نہیں دی، استغفار تم نے نہیں کیا، تسبیح تو نے نہیں پڑھی. تیرا گھر میں بیٹھا جو جناب وہ مرزا نچھو اور حکیم نورے کا بیٹا مرزا بشیر کہتا ہے کہ ہمارے باپ نے کبھی یہ کام نہیں کیے. تو نے جب علماء کی یہ باتیں سننی ہیں تو نے تو بکواس کرنی ہے نا. تو کہتا ہے کہ ان میں بھی لغو باتیں اور لغو سیر اور تماشے ان کے گلے کا ہار ہوتے ہیں، جن سے سمجھا جاتا ہے کچھ بھی ان کو خدا سے تعلق نہیں. تینوں نہیں دیا پتہ ہے کہ تعلق نہیں، کہ کوئی محفل ذکر ہو وہ خدا کی یاد میں اللہ کا ذکر کر رہا ہو تو کہے گا نہیں 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 نہیں، اصل میں نا ان کا کوئی بھی تعلق نہیں ہے اور نہ خدا کی عظمت ہیبت کچھ ان کے دلوں میں. پس یہ عجیب تماشا ہے کہ ایسے گندے نفسوں کے ساتھ بھی خشوع اور سوز و گداز کی حالت جمع ہو جاتی ہے، اور یہ عبرت کا مقام ہے. اس سے یہ بات ثابت ہوتی ہے کہ مجرد خشوع اور گریہ زاری کے جو کہ بغیر ترک لغویات ہو کچھ فخر کرنے کی جگہ نہیں، نہ یہ قرب الہی اور تعلق باللہ کی کوئی علامت ہے. یہ میں آدھا صفحہ جہاں پہ پڑھ دیا ہوا تو ہے، تو آگے بھی وہ یہی خباثت اس نے بکی ہوئی ہے. کہتا ہے میں اپنی ذاتی شہادت سے گواہی دیتا ہوں کہ اکثر ایسے شخص میں نے بڑے مکار دیکھے ہیں کہ بعض کو میں نے ایسے خبیث طبع اور بددیانت اور ہر پہلو سے بدماش پایا ہے کہ مجھے ان کی گریہ زاری کی عادت اور خوش و خضوع کی خسرت دیکھ کر اس بات سے کراہت آتی ہے. کہتا ہے خود دیکھ لیں، خود خنزیر یہ بات جو ہے وہ اصل میں اسلام کے خلاف، علماء کے خلاف کر رہا ہے. کہتے ہیں میں نے لوگوں کو دیکھا ہے کہ وہ بڑے ہوتے تو وہ گریہ زاری کی عادت ان کی ہوتی ہے، خوش و خضوع کی خسرت ان میں ہوتی ہے، لیکن مجھے ان کو دیکھ کے کراہت ہوتی ہے. کہتا ہے کراہت آتی ہے کہ کسی مجلس میں ایسی رقت اور سوز و گداز ظاہر کروں. ہاں کسی زمانہ میں خصوصیت کے ساتھ یہ نیک بندوں کی علامت تھی، مگر اب تو اکثر یہ پیرایا مکاروں اور فریب زدہ لوگوں کا ہو گیا. جیسے آج مرزا جین یا خنزیر کہیں بھی محفل ہوگی علماء کی جناب وہ اس پر بھونکے گا، کہیں بھی وہ اولیاء کرام کی بات ہوگی وہ بھونکے گا. کوئی موقع نہیں چھوڑے گا کہ وہ علماء کی تضحیق نہ کرے، اولیاء کرام کی گستاخی نہ کرے. کیوں؟ ان کو اسلام بیزاری پیدا کرنی ہے لوگوں میں. اور وہی بات مرزا قادیانی خنزیر یہاں پہ
کر رہا ہے. کہتا ہے کہ جو سوز و گداز اور خش و خضوع کی حالت میں لوگ ہوتے ہیں مجھے ان کو دیکھ کے کراہت ہوتی ہے. تو ہونی بھی چاہیے. تو ملحد ہے, تو خنزیر ہے, تجھے ہونی چاہیے, کیونکہ شیطان جو ہے وہ پھر اللہ کا نام سنتے ہی بھاگتا ہے, تو تجھے بھاگنا چاہیے. یہاں پہ ایک وہ مثال تھی, مجھے وہ ایک حدیث یاد آ گئی تھی, میں دوبارہ وہ پڑھتا ہوں. ابھی جمیل بھائی آپ نے کوئی بات کرنی ہے کیجیے گا, پھر میں کرتا ہوں بات. جی نہیں میں سن رہا ہوں آپ کی. جی ٹھیک ہو گیا. کل بھی حوالہ ایک پڑھا تھا استاد محترم, ایک اور میں پڑھتا ہوں اسی حوالے سے ہے. مرزا بشیر اس کے حوالے سے بات کرتا ہے, کہتا ہے کہ جب کوئی بندہ بڑی توجہ کے ساتھ عاجزی کے ساتھ دعا کر رہا ہوتا ہے اور عبادت کر رہا ہوتا ہے, اچانک کوئی بندہ اوپر آ جاتا ہے. مثال کے طور پر کوئی بھی شخص ہے, وہ تنہائی میں کمرے میں بیٹھ کے اللہ کو یاد کر رہا ہے, لیکن اچانک اندر کوئی آ گیا, تو کہتا ہے اس کو بڑی شرمندگی ہوتی ہے. بھائی کیوں شرمندگی ہوتی ہے بے خنزیر؟ شرمندگی یاد الہی کوئی کر رہا ہے اور اس کے اچانک ہی تنہائی میں وہ کرتے کرتے کوئی بندہ اس کے گھر والا ہی اندر آ جاتا ہے, دروازہ کھول لیتا ہے, تو اس کو شرمندگی کیوں ہوگی؟ وہ اس لیے کیونکہ ان خنزیروں نے, وہ جیسے مرزا قادیانی کیا کرتا تھا نا کہ اب میں یہ کام کرنے لگا ہوں, میں پڑھنے لگا ہوں, میں لکھنے لگا ہوں, لہٰذا مجھے 3-4 دن کے لیے اندر بند کر دو, اندر ہی روٹی آئے, اور میں حکم دوں تو روٹی کے برتن جو ہیں خالی وہ لے کے جائیں, اور میں حکم دوں تو روٹی آئے اندر. وہ حوالہ لکھا ہوا ہے سیرۃ المہدی میں. تو ہاں وہ خنزیر اندر پھر عورتوں کو رکھا کرتا تھا, اس کی اجازت کے بغیر کہ نہ اندر جائے نہ کوئی باہر آئے. تو تب تو ہو سکتی ہیں شرمندگیاں, تو مسلمان کو کیوں شرمندگی ہوگی؟ پھر کہتا ہے کہ اس پر کوئی مطلع ہو جائے تو اس کو اس سے زیادہ شرمندگی ہوتی ہے جتنی اگر کسی بدکار کو عین حالت بدکاری میں دیکھ لے, کسی بدکار کو عین حالت بدکاری میں دیکھ لے تو اسے ہوتی ہے. معاذ اللہ تشبیہ چیک کی ہے کہ یاد الہی میں کوئی تنہائی میں بیٹھ کے عبادت کرے تو کوئی دوسرا اچانک آ جائے تو اس کو شرمندگی ہوتی ہے. ایسی شرمندگی ہوتی ہے جیسے بدکار کو بدکاری کرتے ہوئے کوئی دیکھ لے تو اس کو ہوتی ہے. اور کہتا ہے کہ اسے قتل ہو جانا اور مر جانا بہتر معلوم ہوتا ہے بنسبت اس کے کہ اس کی حالت پر کوئی غیر مطلع ہو جائے. خاکسار عرض کرتا ہے کہ یہ بات عام عبادت اور عام دعا کے لیے نہیں بلکہ تنہائی کی خاص دعا اور خشوع و خضوع کی حالت کے متعلق ہے, جب کہ بندہ گویا ننگا ہو کے خدا کے سامنے گر جاتا ہے. لو جی, کبھی آپ نے کوئی بندہ دیکھا ہے کہ وہ ننگا ہو کے خدا کی عبادت کر رہا ہو اور پھر کوئی اوپر سے آ جائے تو اسے شرمندگی ہو کہ میں تو ننگا ہو کے, چاہے چلو مثال ہی اس نے دی ہوئی ہے لیکن مثال فٹ بیٹھتی اسی طریقے سے ہے کہ ہاں بھائی واقعی کوئی ننگا ہو تو پھر کوئی اوپر سے آ جائے وہ کہے کہ بھائی یہ کیسا کام کر رہا ہے, یہ کون سی یاد لائی ہے کہ کپڑے اتار کے تو خدا کے آگے ننگا ہو گیا. پھر یہ مثال فٹ بیٹھتی ہے جو کہ قادیانی یہ لاش کی پوجا کرتے ہوئے اس کی عبادت کرتے ہوئے کرتے ہوں گے ننگے ہو کے. اور مرزا قادیانی نے خود اپنی کتاب میں لکھا, وہ فقہ احمدیہ میں نا, وہ کہتا ہے کہ کپڑے سارے اتار کے ننگے ہو کے نماز پڑھنی بالکل جائز ہے. یہ فقہ احمدیہ صفحہ لے لیں, اس کا صفحہ بھی میں بتاتا ہوں آپ کو. نماز کی تیسری شرط ہیڈنگ ہے ستر عورت یعنی پردہ پوشی, صفحہ اس کا ہے 64, فقہ اہم کیا عبادات. کہتے ہیں اگر کسی شخص کے کپڑے ناپاک ہوں, نجاست لگی ہو, اس کے پاس کپڑے اور نہ ہوں, نہ بدل سکے, نماز کا وقت آ جائے تو انہی گندے کپڑوں کے ساتھ وہ نماز پڑھ سکتا ہے. اگر پردہ ہے تو کپڑے اتار کے ننگے جسم کے ساتھ نماز پڑھ لے. یہ کون سی فقہ میں لکھا ہوا بھی ایسے؟ کون سی فقہ میں لکھا ہوا ہے کہ کپڑے ناپاک ہیں, نجاست بھی لگی ہے, تو اگر تو تنہا ہے تو انہی گندے کپڑوں میں پڑھ لے, تو اگر تنہا نہیں ہے اگر وہ تنہا نہیں ہے تو انہی میں پڑھ لے, تنہا ہے تو جناب وہ کپڑے اتار کے پڑھ لے. یہ کون سی فقہ میں اور کس بات سے استدلال کیا بھائی اس نے؟ تو یہ تو ننگے ہو سکتے ہیں, ننگے ہو کے پڑھ سکتے ہیں,
وہ انتظار نہیں کریں گے کہ چلو میں اللہ کے حضور داخل ہونا ہے، اللہ کے حضور میں نے بات کرنی ہے، نماز پڑھنی ہے، عبادت کرنی ہے۔ جی حوالے بھی خشو خضوع دے تے اتوں تسی شاہد بھائی۔ السلام علیکم عثمان بھائی اور دوسرے سارے بھائی، جمال وعلیکم جمیل السلام۔ بھائی، سارے السلام علیکم۔ وعلیکم السلام۔ وعلیکم السلام۔ سوری سر جی، میں تھوڑا جہا تھوڑے کو انفارمیشن لینی چاہنا۔ میں اصل نا اج تو 2-3 دن پہلا نا ایک انہاں دی براڈ کاسٹ چل رہی ہے انہاں دی احمدیاں دی نا، وہ تے میں سن رہا سا تقریباً کافی دیر، میں 2-3 گھنٹے سندا رہا۔ تو ایک بندہ سی وہ بچارا نا کچھ عالم لے کے آندا سی، بکول او دے کے عالم ہی نے ساڈے کو مولانا نے یا مفتی صاحب اس طرح دا کوئی نام لیندے سن او، تے او کہندے سن کہ اسی پوری کوئی کی سوال کردے سن ہر بندے نو کہ امام مہدی جڑے نے حضرت عیسیٰ علیہ السلام او وفات پا گئے نے، انہاں دی روح جیڑی او زندہ دنیا تو او گئے ہی نہیں ہیں، او اتھے ہی او ختم ہو گئے نے، تے انہاں دوبارہ آونا ہے، کیا او پیغمبر او نبی نے، نبی پاک صلی اللہ علیہ وسلم نبوت ختم ہون دا، تے او تے کچھ گل ہی بڑی عجیب جی کردے نے نا، اس تانوں خود سنتے ہی ہو شاید انہاں دی براڈ تے۔ صحیح۔ تو میں تواڈے کو صرف اصل ہن پتہ نہیں، او میرے کول بھی اتنا علم نہیں کہ میں اس موضوع تے انہاں نال بحث کراں۔ اچھا تسی عامر صاحب انہاں نو چھڈو، تسی اے دسو تہاڈا عقیدہ کی ہے؟ الحمدللہ سر جی، میں مسلمان ہاں تے اہل سنت نال میرا تعلق نہیں ٹھیک ہے، وہ فرقے نال۔ میں نہیں تانوں کوئی بھی ایسا لفظ کیا، لیکن میں صرف تانوں یہ بارے چ پوچھنا پیا جی میں کہ الحمدللہ آپ دا اللہ دے عقیدہ فضل و کی کرم۔ ہے حضرت عیسیٰ علیہ السلام دے بارے چ؟ سر جی جو اسی سنے ہوئے ہی کہ اللہ تعالیٰ نے انہوں نے دنیا تو زندہ اٹھا لیا سی، تے پھر وہ نبی پاک صلی اللہ دجال دے ٹائم تے دوبارہ انہوں دا نزول ہوگا دنیا تے دجال نو ختم کرن دے، ساڈا ٹھیک تے یہی کیتا ہے نا ٹھیک مسلماناں دا۔ بس میں یہی پوچھنا سی، ہن میں تانوں دسنا وا کہ دیکھو ایک انہاں دا جڑا کلٹ ہے نا، انہاں نو ایک ہی جواب دیو کہ دیکھو تسی کہندے ہو کہ نبی آ گیا ہے، جی کتنے جی نبی آیا جڑے انہیں کام کرنے سن وہ کیتے؟ دوسری گل کہ جناب حضرت عیسیٰ علیہ السلام مسلماناں دا عقیدہ انہاں نو ایتھے ہی ڈوچ دے سکدے ہو جدوں تسی کہندے ہو نا، وہ کہندے نے کہ مرزا آ گیا، پہلے مرزے نو تو ثابت کرو، لیکن قرآن و حدیث کہندی ہے کہ جناب جیڑا کوئی نبوت دا دعویٰ نبوت ختم ہو گئی، آپ صلی اللہ علیہ وسلم تو بعد کوئی نبی نہیں آئے گا، یہ پیدا نہیں ہوئے گا، ٹھیک ہے؟ بے شک بے شک بے شک۔ تے جڑا آلریڈی پیدا ہو چکیا دا ہے، تے جے او دوبارہ زمین دے اتتے آئے گا تے وہ پیدا تے نہیں نہ ہویا۔ ہن میں اس کمرے دے وچوں باہر نکل کے دوبارہ اس کمرے چ آواں گا تے میں اوہی شاہد آواں گا جڑا کہ میں پہلے اتنے بیٹھا دساں، حقیقت گل ہے بالکل بالکل، میں تہاڈی گل ایگزیکٹلی۔ تے یہ چھوٹی ساری سمجھ ہے سرکارا جے کہ یہ نہ سمجھ والیاں گلاں نے، تے ہن جڑا بندہ ٹٹی چ مر گیا ہے، جنہیں ان کی کہندے نے اپنے گندے ہتھاں نال گندے پین دے نال گندے جو پڑھدے سن پے عثمان بھائی ہے، وہ دی گندی لہائی ہے، ٹھیک ہے، یہ دی گندی لہائی پڑھدے سن پے کہ نعوذ باللہ کیڑے گندے ان کی کہندے نے چیز نو کیڑے نال پہ ملاندا وے، تے خدا دا خوف انہاں چ ہے ہی نہیں ہے بے غیرتاں۔ جی عامر بھائی، وہ کہتے ہیں کہ عیسیٰ علیہ السلام وفات پا گئے، امام مہدی بقول ابھی آپ بتا رہے تھے کہ وہ کہتے ہیں کہ امام مہدی وفات پا گئے، یہ تو نہیں ہم نے سنا۔ امام مہدی اور عیسیٰ علیہ السلام کے بارے میں کہتے ہیں کہ وہ ایک ہی ہیں، ٹھیک ہے۔ بات یہ ہے استاد محترم بھی اپنی نشست میں ہمیشہ یہ کہتے ہیں کہ بھائی عیسیٰ علیہ السلام کی حیات اور وفات سے مرزا قادیانی کا لینا دینا کیا ہے؟ بھائی بالفرض محال وہ وفات پا گئے ہیں، تو مرزا قادیانی کی جو زنا کاری ہے، حرام کاری ہے، وہ زانی ہے، وہ شرابی ہے، وہ دھل جائے گا؟ اس کو عیسیٰ ابن مریم یہ ثابت کرنا ہے، 150 سال سے انہوں نے اس کو انسان تک نہیں ثابت کیا۔ سر جی میری آپ سے صرف یہ ریکویسٹ ہے، سوری سر جی میں انٹرپٹ کر رہا ہوں آپ کو، جی بولیں مجھے سمجھ نہیں آ رہی اصل میں وہ براڈ پہ جب بندے ان کے ساتھ بیٹھتے ہیں نا، جو بحث مباحثہ شروع ہوتا ہے نا،
جو بندہ تھوڑی سی بات کرتا ہے نا اس کو فوراً اتار دیتے ہیں، نمبر ایک۔ نمبر دو، جو بندے آئے ہیں نا ان کے ساتھ بحث کرنے میں بھی وہ بھی کچھ تھوڑے لا علم ہے میری طرح، بے شک یعنی کوئی ਇਹੀ ਚੀਜ਼ ਹੈ ਕਿ ਇੰਨਾ ਉਹਨਾਂ ਨੂੰ ਮੌਕਾ ਮਿਲਦਾ ਹੈ ਗੱਲ ਕਰਨ ਦਾ। میں کہنا سر ਸਾਡੇ جی ਜੇ ਬੰਦੇ ਨਾਲ ਆਉਣ ਨਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ جمیل بھائی میں آپ ਤੁਹਾਨੂੰ جمیل عثمان بھائی بھائی مجھے 1 منٹ دیجیے گا، اس کے بعد آپ مائک آپ کے ہاتھ میں۔ میں آپ کو ایک ویڈیو سناتا ہوں۔ میں ایک مرزائیہ آیا تھا، اس کو میں نے سنائی، بھاگ گیا، سنتے ہی بھاگ گیا۔ سنیے ذرا، ایک سیکنڈ، انمیوٹ کیا ہوا تھا۔ تو ایک غلط کانسیپٹ مسلمانوں میں پیدا ہو گیا عیسائیوں کی وجہ سے۔ وہ کیوں نہیں مانتے؟ جی یہ تو وہی بتا سکتے ہیں کیوں نہیں مانتے، اس لیے کہ ان کو سمجھ نہیں آتی۔ ہم مانتے ہیں اس لیے ہیں کہ یہ مرزا مسرور کی آواز ہے، ٹھیک ہے، اور یہ ایک لڑکی نے اس سے سوال پوچھا ہے۔ سوال بھی آپ کے سامنے ہے اور اس کا جواب بھی سن لیں، اور اس کے جواب میں یہ جھوٹا ثابت ہو جاتا ہے۔ سنیں۔ السلام علیکم پیارے حضور، اسلام۔ میرا سوال یہ ہے کہ جو احمدی مسلم ہیں وہ حضرت مسیح موعود کو مانتے ہیں، جو نان مسلمز ہیں وہ کیوں نہیں مانتے؟ وہ کیوں نہیں مانتے؟ جی یہ تو وہی بتا سکتے ہیں کیوں نہیں مانتے، اس لیے کہ ان کو سمجھ نہیں آتی۔ ہم مانتے ہیں اس لیے ہیں کہ حضرت صلی اللہ علیہ وسلم نے فرمایا تھا کہ 14ویں صدی میں ایک زمانے میں مسیح موعود اور مہدی موعود آئے گا۔ ہاں جی، ਇੱਥੇ 2 ਗੱਲਾਂ ਉਹਨੇ ਕੀਤੀਆਂ، ਠੀਕ ਹੈ। ਉਹ ਕੁੜੀ ਨੇ ਸਵਾਲ ਪੁੱਛਿਆ ਵੇ ਕਿ ਜਿਹੜਾ ਵੇ ਕੰਜਰੀ ਦਾ ਬੱਚਾ ਮਿਰਜ਼ਾ ਵੇ, ਉਹਨੂੰ ਕੀ ਲਫ਼ਜ਼ ਉਹਨੇ ਯੂਜ਼ ਕੀਤਾ ਕਿ نان مسلم، ہمیں وہ نان مسلم کہتے ہیں، ٹھیک ہے۔ ہاں جی، ہاں وہ ਅੱਗੇ ਆਏਗਾ، ਤੁਸੀਂ ਹੌਸਲਾ ਲਵੋ A1 ਸਾਹਿਬ، ਅਲੀ ਸਾਹਿਬ। ਅੱਛਾ ਯਾਰ ਮੈਨੂੰ ਇੰਟਰਪਟ ਨਾ ਕਰਿਆ ਕਰੋ ਇਹੋ ਜਿਹੇ ਮੈਸੇਜ ਭੇਜ ਕੇ, ਕਸਮੇ ਮਾਰਨਾ ਗੱਲ ਦੀ ਮਾਂ ਭੈਣ ਕਰ ਛੱਡਦੇ ਹੋ। ਅੱਛਾ ਜੀ, ਉਹਨੇ ਨਾ ਉਹ ਮਰਜ਼ੈਨ ਨੇ ਮਿਰਜ਼ਾ ਮਸਰੂਰ ਨੂੰ ਸਵਾਲ ਪੁੱਛਿਆ ਹੈ ਕਿ ਗੈਰ ਅਹਿਮਦੀ ਜਿਹੜੇ نان مسلم ਨੇ ਉਹ ਮਿਰਜ਼ੇ ਨੂੰ ਕਿਉਂ ਨਹੀਂ ਮੰਨਦੇ। ਤੇ ਸਭ ਤੋਂ ਪਹਿਲਾਂ ਕਹਿੰਦਾ ਉਹਨਾਂ ਨੂੰ ਪੁੱਛੋ, ਫਿਰ ਕਹਿੰਦਾ ਵੇ ਇੱਕ ਗੱਲ ਉਹਨੇ ਅੱਗੇ ਕੀਤੀ ਹੈ। ਗੱਲ ਇਹ ਵੇ ਕਿ حضرت صلی اللہ علیہ وسلم نے فرمایا سی کہ 14ویں صدی ਦੇ ਵਿੱਚ ਇੱਕ ਮਸੀਹ ਮਾਊਦ ਤੇ ਇੱਕ ਮਹਿਦੀ ਮਾਊਦ ਆਏਗਾ۔ ਹੁਣ ਮੈਨੂੰ ਇੱਥੇ ਦੱਸੋ ਸਰਕਾਰਾਂ, 14ਵੀਂ ਸਦੀ ਤੇ ਹੋਣ ਜਾਂਦੀ ਹੈ ਪਈ, ਠੀਕ ਹੈ। ਇਹ ਜਿਹੜੀਆਂ ਹੁਣ ਨਿਕਲਦੀਆਂ ਨੇ ਪਹਿਲੇ ਦਿਹਾੜੇ ਜਿਹੜੇ ਜਾਂਦੇ ਨੇ ਵੀ ਇਹਨੂੰ ਕਹਿੰਦੇ ਨੇ 14ਵੀਂ ਸਦੀ। ਮਿਰਜ਼ਾ ਕੰਜਰ ਆਇਆ 12ਵੀਂ ਸਦੀ 'ਚ ਜਾਂ 13ਵੀਂ ਸਦੀ 'ਚ, ਠੀਕ ਹੈ। ਮੇਰੇ ਕੋਲ ਕੀ ਕਹਿੰਦੇ ਨੇ ਫੈਜ਼ ਭਾਈ ਨੇ ਮੈਨੂੰ ਚੈਟ ਸੈਂਡ ਕੀਤਾ, ਮੈਂ ਫੋਟੋ ਸੈਸ਼ ਲਿਆ ਦਾ, ਉਹ ਮੈਂ ਇਨਸ਼ਾਅੱਲਾ ਹੁਣ ਉਹਦਾ ਸੈੱਟ ਕਰਕੇ ਨਾ ਲਾਸਾਂ ਇੱਥੇ ਇਹ ਵੀਡੀਓ ਤੋਂ ਬਾਅਦ। ਹੁਣ ਮੈਨੂੰ ਇਹ ਦੱਸੋ ਕਿ ਸਭ ਤੋਂ ਵੱਡਾ ਝੂਠ ਤਾਂ ਕੰਜਰ ਇੱਥੇ ਬੋਲਦਾ ਵਾ ਕਿ ਉਹ ਨੌਜ਼ ਬਿੱਲਾ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਤੇ ਬੁਤਾਨ ਬਣਦਾ ਪਿਆ। ਕੋਈ ਐਸੀ ਹਦੀਸ ਹੈ ਹੀ ਨਹੀਂ ਦੁਨੀਆ ਦੇ ਵਿੱਚ, ਸਮਝਿਓ। ਤੇ ਇੱਥੋਂ ਹੀ ਪਤਾ ਲੱਗਦਾ ਕਿ ਇਹ ਬੇਗੈਰਤ ਦੇ ਬੱਚੇ, ਇਹ ਜਿਹੜੇ ਸਾਡੇ ਮੁਸਲਮਾਨਾਂ ਤੇ ਮੈਨੂੰ ਇੰਨਾ ਗੁੱਸਾ ਚੜਦਾ ਹੈ ਕਿ ਜਿਨ੍ਹਾਂ ਨੂੰ ਪਤਾ ਕੱਖ ਨਹੀਂ ਹੁੰਦਾ, ਉੱਥੇ ਜਾ ਕੇ ਤੇ ਜਨਾਬ ਉਹਨਾਂ ਨਾਲ ਬਹਿਸੋ ਮੁਬਾਸਾ ਸ਼ੁਰੂ ਕਰ ਦਿੰਦੇ ਨੇ। ਅੱਲਾ ਦੀ ਕਸਮ ਚੁੱਕ ਕੇ ਕਹਿਣਾ, ਸਵਾਲ ਕੀਤਾ ਤੇ ਮਰਜ਼ਈ ਫੁੱਲ ਗਾਇਬ ਨੱਸ ਗਿਆ ਕਿ ਇੱਥੇ ਤੇ ਮੇਰੇ ਕੱਪੜੇ ਲਾਉਣ ਲੱਗੇ ਨੇ, ਇੱਥੇ ਇਹਦੇ ਕੱਪੜੇ ਨੇ, ਉਸ ਮਰਜ਼ਈ ਦੇ ਕੱਪੜੇ ਨਹੀਂ ਸਨ ਲਾਉਣ ਲੱਗਾ ਮੈਂ, ਇੱਥੇ ਉਸ ਇਹਦੇ ਮਿਰਜ਼ੇ ਮਸਰੂਰ ਦੇ ਕੱਪੜੇ ਲਾਉਣ ਲੱਗਾ ਹਾਂ। ਲਿਆਓ ਹਾਂ, ਕੋਈ ਜੰਮਿਆ ਕੋਈ ਮਾਈ ਦਾ ਲਾਲ, ਇਹ ਕੋਈ ਹਦੀਸ ਲੈ ਕੇ ਆ ਜੇ جی عثمان بھائی بات کریں یا کسی نے اور نہ کریں؟ کوئی بات کرنا چاہتے تھے اس حوالے سے کہ بھائی لوگ چلے جاتے ہیں لاعلم ہوتے ہیں تو ہم تو ان کو کہتے رہتے ہیں، استاد محترم بھی بتاتے رہتے ہیں کہ بھائی نہ جایا کریں، کیوں جا کے ان کی براڈیں چمکاتے ہو؟ اگر علم نہیں ہے تو کیوں؟ اگر اکثر میں نے دیکھا ہے کہ علمی حضرات ان براڈ پہ چلے جاتے ہیں، ان کو نہیں موقع دیں گے، یہ خود جا کے نا، وہ ٹھیک ہے ان میں جذبہ ہوتا ہے کہ جا کے ہم یہ دلیل دے دیں گے، ہم ایسے جھوٹا کر دیں گے، لیکن پڑھا انہوں نے قادیانیت کو ککھ نہیں ہوتا، تو پھر جا کے وہاں پھر جو ہے وہ شرمندگی کا باعث بنتے ہیں، کیونکہ پھر وہ میوٹ کرتے ہیں، وہ اپنی حق جو ہیں وہ ہگتے رہتے ہیں اور اپنی جو ہے وہ جھوٹ بولتے رہتے ہیں۔ جی جمیل بھائی آپ کچھ کہنا چاہ رہے تھے، آپ کہیے گا۔
جی یہ عامر بھائی کہہ رہے تھے کہ وہاں پہ نا کچھ اپنے مفتی وغیرہ ہوتے ہیں، تو ان میں دیکھیں وہ کرتے کیا ہیں کہ ان میں سے ایک جو اکاؤنٹ ہے نا، اس پہلے میں جایا کرتا تھا وہاں پہ نا، تو انہوں نے ایک اکاؤنٹ بنا کے وہاں پہ ایک بندہ بٹھایا ہوا ہے، اکاؤنٹ کا نام ہے اجمل رضا قادری کے نام سے۔ اب آپ وہ اکاؤنٹ کھولیں گے نا تو اس اکاؤنٹ پہ فالوورز بھی ڈھیر سارے ہیں، اور ہر ایک ویڈیو پیر اجمل رضا قادری صاحب کی ہے، لیکن اس کو میں نے کئی بار دیکھا ہے وہ نہ مسلمان ہے اور نہ ہی وہ بالخصوص سنی ہے، وہ قادیانی ہی ہے۔ بظاہر وہ آپ کو نظر آئے گا ان کے ساتھ مناظرہ کرتے ہوئے، لیکن وہ جب آپ اس کو دیکھیں گے نا تو امیج یہ آئے گی کہ یہ مناظرہ ہار رہا ہے۔ وہ اصل میں پلانٹڈ ہوتے ہیں سارے جو اکثر وہاں پہ ہوتے ہیں نا، وہ پلانٹڈ ہوتے ہیں، اور وہ جان بوجھ کے جو ہے وہ اس طرح کی پکچر بنانے کی کوشش کرتے ہیں کہ دیکھو جی یہ مسلمان ہے، ہم نے اس کو جی دلائل کے ساتھ ہرا دیا۔ تو جی اس کے جمیل علاوہ بھائی، آپ کی بات سے میں بالکل اتفاق کرتا ہوں، ایسا ہی ہے، بالکل وہی اجمل قادری، وہی جو آپ نام لے رہے ہو نا، وہی ہے۔ اور جی اس نے مجھے 2 دفعہ خود، ایک دفعہ میں اس براڈ پہ گیا ہوں ان کی سننے کے لیے نا، تو انہوں نے مجھے خود کال کی ہے، میں نے پک کی ہے، لیکن میں بولا نہیں ہوں، میں سنتا رہا ہوں، گھنٹہ ڈیڑھ 2 گھنٹے میں سنتا رہا ہوں ان کی بحث مباحثہ۔ لیکن وہ اس بندے کو بول رہے تھے چل ابھی تو ایک لے کے آیا ہے تیرا یہ مفتی، ایک وہ بھی ہر گیا، ابھی دوسرا ہے وہ بھی ہر گیا، ایسے کر کے 5-6 بندے یہ سارے جو بقول ہے نا، ان کے۔ یہ سارے ان کے پلانٹڈ ہوتے ہیں۔ اگر کوئی اصلی مفتی ہو نا، جیسے ہمارے مفتی مبشر شاہ صاحب ہیں، وہ ان کو آنے ہی نہیں دیتے، ان کو پتہ ہوتا ہے کہ انہوں نے چترول کر دینی ہے ہماری۔ جی جی ایک نا حوالہ لے لیں، 946 نمبر روایت ہے، اس میں یہ ہوا کہ 2 قادیانیوں نے آپس میں مل کے یہ فیصلہ کیا کہ ہم مسلمانوں کی بستی میں گھسیں گے، تم نے خود کو غیر احمدی ثابت کرنا ہے کہ میں جو یعنی کہ مسلمان ہوں، اور میں قادیانی بن کے آؤں گا، دونوں ہم بحث کریں گے، اور پھر تم نے مجھ سے ہار جانا ہے، اور لوگوں کو ہم نے دکھانا ہے کہ دیکھو جی مسلمان کو ہرا دیا قادیانی نے۔ وہ پہلے بندہ پہنچ گیا جس نے بننا تھا مسلمان، وہ وہاں پہ پہنچ گیا، پیچھے سے قادیانی آیا، اس نے آ کے بات شروع کی کہ آؤ بھائی مجھ سے مناظرہ کرو، آؤ عیسیٰ علیہ السلام کی حیات و وفات پہ، ختم نبوت پہ مناظرہ کرو۔ وہ جو بندہ پہلے قادیانی موجود تھا وہیں پہ اس نے کیا، میں آپ کے ساتھ مناظرہ کروں گا، آپ کی ساری دلیلیں توڑ دوں گا۔ مناظرہ شروع ہو گیا، بحث شروع ہو گئی۔ وہ جیسے ہی ٹرن آئی قادیانی کی، اس نے دلائل دیے، تو آگے سے دوسرے قادیانی نے کہہ دیا کہ بھائی میں تمہارے ان دلائل کا جواب نہیں دے سکتا، میں اپنی شکست تسلیم کرتا ہوں۔ گاؤں کے لوگوں کو پتہ چل گیا کہ اس نے بھائی یہ دونوں ہیں ہی قادیانی، کوئی مسلمان اس طرح کی بات کر ہی نہیں سکتا کہ میں بھائی آپ کے دلائل سے عاجز آ گیا ہوں۔ یہ قادیانی انہوں نے پکڑ کے ان دونوں کو پھینٹی لگانی شروع کر دی، اور پھر اس دونوں نے تسلیم کر لیا کہ بھائی ہم قادیانی ہی ہیں۔ تو یہ ان کا وتیرہ اس دور میں، مرزا قادیانی کے دور میں بھی یہی ہوتا تھا۔ اور ایک ہی اجمل قادری والی آئی ڈی نہیں، میں آپ کو تقریباً 20 سے زیادہ آئی ڈیز میں دکھا سکتا ہوں جو ان کی براڈ پر ہوتے ہیں اور مسلمان بن کے آتے ہیں، اور خود کہتے ہیں کہ جناب ہم یہ تھے، ہم پہلے دیوبندی تھے، ہم اہل حدیث تھے، ہم بریلوی تھے، ہم نے جو ہے وہ جماعت احمدیہ کے دلائل سنے اور ہم قادیانی ہو گئے۔ یا دوسرے وہ ہوں گے، وہ کہیں گے کہ ہم ہیں ہی مسلمان، تو دلائل دینے شروع کر دیں گے، اور پھر ان کے موقف کی تائید کرتے کرتے نیچے مسلمانوں کو پھر اشتعال پسندی آ جاتی ہے کہ یار مجھے آتا بھی کچھ نہیں ہے، چلو کوئی مسئلہ نہیں ہے، میں اوپر جا کے جواب دیتا ہوں، پھر وہ ان کی براڈیں ایسے چمکتی ہیں۔ جی رونی بھائی آپ کچھ کہنا چاہتے ہیں؟ آپ کوئی بات کرنا چاہتے ہیں؟ آپ سے آواز آ رہی ہے بردر میری؟ جی آ رہی ہے، آپ بات کریں۔ کیسے ہیں بھائی؟ مجھے ایڈمن بھی بنا دیں، نیچے کوئی بندہ اٹھانا پڑ جاتا ہے۔ آپ ایڈمن نہیں ہو؟ نہیں پہلے کہنا چاہیے ذرا۔ اچھا وہ بٹ صاحب نے شروع کی تھی نا، وہ بٹ صاحب کے نام سے جو لوگ نا اپنا اکاؤنٹ ہے انہوں نے شروع کی تھی، وہاں پہ نا سیکر وغیرہ بھی تھے، اور اپنے یوسفی بھائی تھے، ساتھ میں احمد علی اور 1-2 بھائی اور تھے، وہاں پہ نا علیم احمد آیا ہوا، وہ جو قادیانیوں کا ہے، تو اس کے ساتھ جو ہے نا یوسفی بھائی نے اسے پکڑا وہاں پہ۔ وہ کہتے ہیں کہ یہ جو اجمل رضا قادری کے نام سے جو اکاؤنٹ ہے وہ تمہاری ہے۔ پہلے تو کہہ رہا نہیں جھوٹ نہ باندھو میرے پہ، بعد میں نا دوبارہ واپس آیا، کال سے اتر کے تو دوبارہ آیا، پھر اپنے منہ سے علیم نے کہا کہ ہاں جی بس ٹھیک ہے میں مانتا ہوں میرے سے غلطی ہوئی ہے یہ اکاؤنٹ بنانے والی۔
ये उसने वहाँ पे माना है कि वो जो है ना अकाउंट अजमल रजा के नाम से उसने बनाई है। ये शाहिद भाई अलीम की बात ही करूंगा, जो अलीम अहमद है। हाँ, लास्ट टाइम उनके मनाजरा चल रहा था ना वहाँ पे, नज़ीर क्या नाम है, अमर नज़ीर साहब भी बैठे हुए थे, और ये बहुत ही मेरा ख्याल है कि वो सही आप सुबह बात कर रहे थे कि ये पता नहीं यार किस बात के उनके काने हैं जो उनकी बातें सुनते हैं और उनको चुप कर जाते बैठ जाते हैं। लास्ट टाइम वो इतनी बदतमीजी कर रहा था ना अलीम, और उनको जैसे कोई होता नहीं कोई बदमाश या इस तरह की, ये हवाई फायर मारते हैं। मैंने कहा यार पाकिस्तान में हो तो फिर इस तरह की बातें जज्बे वाली की जाती हैं, और सामने बैठ के कह रहा था मैं तो करता हूँ कुर्बानी और पूरी जूते के नोक पे रख के करता हूँ। मैंने कहा मैं पिछले सीजन में मैं छोड़ के आया हूँ इनके पास से काम, ये मरज़इयों के पास से ही, मुझे नहीं पता था कि ये मरज़ई हैं, ठीक है। और लास्ट टाइम मैंने कहा जब इसने बोला था ना शेख ने मुझे, ये जिनके पास था मैं, कि जाओ यार ये ना ले जाओ बैल और इसको गली में जरा ना एक दफा घुमा लो, और मैंने कहा वापसी जब आया हूँ और वो डाला साहब आए हैं पुलिस वाले और मुझे भी पकड़ा, और मैंने उनको बताया कि भाई मेरा इनसे कोई मामला नहीं है, लिहाजा मेहरबानी करें। और उनके रिलेटिव्स है जो उधर क्या नाम लेते हैं फैसलाबाद में, तो उनके भी ऐसे ही हुआ, उनका मुलाजिम है वो भी कॉल करके यही कह रहा था कि भाई ये नदे ही बंदे चके गए ते इंदे कोई प्यो दा पाकिस्तान है, ये प्यो दा कानून है कि जेड़ा कहे कि मैं इंज कर लांगा। मैंने कहा यार ये जज्बाती फैसले और हवाई फायर मार रहे हैं। नज़ीर साहब तुसी सुनी जा रहे चुप करके, आमन नज़ीर बात को पता है उसको दबा बात दिया जी पता क्या होता है शाहद बात भाई, पता लेकिन ये चुप कर जाते जी। जी जी बोलो। बात पता क्या होती है, देखें हर बंदे का ना अपना अपना माइंड सेट है। मैं यहाँ पे बैठा हूँ ना, मुझे कोई मर्ज़ई नहीं चाहिए यहाँ पे, ठीक है। हम अपने मुसलमान लोग बैठे हैं, और अल्हम्दुलिल्लाह अल्हम्दुलिल्लाह यहाँ पर जो भी बंदा आता है उसको इस ब्रॉड का अल्लाह का एहसान है कि उस बंदे को इस ब्रॉड से प्यार हो जाता है, ठीक है। क्योंकि हम मर्ज़इयों को तरजीह नहीं देते, उनका दजल सिर्फ दिखाते हैं, उनके मुंह पे मारते हैं। और मैंने कभी भी मर्ज़इयों को सर पे नहीं बिठाया, अगर यहाँ पे बिठाया भी है तो जूते की नोक पे बिठाया। और पता नहीं किस किस्म के ईमान है लोगों के कि उनकी बराडों पे जाके उनकी बकवासियत सुनते हैं और इस तरह की हरकतें करते हैं। हमें आप यकीन माने, अल्लाह की कसम उठा के कहता हूँ कि आज ये हमारे मुसलमान इनके पास जाना छोड़ देना, ये हफ्ता नहीं टिकेंगे, ये दफा हो जाएंगे यहाँ से। सबसे पहली बात है, यहाँ पर 44 बैठे लोग हैं, मुझे नहीं पता कि नीचे कौन कौन बैठ के सुन रहे हैं, लेकिन इनकी बराडों पे जनाब अगर 244 लोग होंगे ना, तो 200 इनके बॉक्स जो फेक आईडीज इन्होंने डाली। हमारा मुसलमान जनाब बस यही सोच के चढ़ जाएगा उत्ते कि लो जी 250 बंदे दी बराड़ जे ते मैं मामा बनन लगा जेके जाके। ते कुछ ऐसे साडे नाम दे बस मुसलमान ने, उन्हां दी गैरत पता नहीं किंज जो इजाजत देंदी है। कोई मिर्जे नूं मूता शलवार कह रहा ते मुंह ते जिप लगी दी है कि असीं इहनूं रोकिया ते ओ नस जाएगा। इत्थे मेरी बराड़ दे उत्ते मिर्जा सांप कह सकदे ने, ਇਹਦੇ ਤੋਂ ਅੱਗੇ ਕੋਈ ਲਫ਼ਜ਼ ਨਹੀਂ ਮੈਂ ਕਹਿਲਵਾਨ ਦਿੰਦਾ। ਜਿਹਨੇ ਦੂਸਰੇ ਵਾਰੀ ਕਿਹਾ ਨਾ ਨਹੀਂ ਕਹਿਣਾ ਤੇ ਚੱਲ ਇੱਥੋਂ ਗਾਇਬ ਹੋ, ਨਿਕਲ ਇੱਥੋਂ, ਕਾਫਰ ਹੈ। ਕੋਈ ਮਰਜ਼ਈ ਆਂਦਾ, ਮੈਂ ਕਿਸੇ ਨਾਲ ਸਲਾਮ ਲੈਣਾ ਗਵਾਰਾ ਨਹੀਂ ਕਰਦਾ, ਸਲਾਮ ਸਿਰਫ ਮੁਸਲਮਾਨਾਂ ਹੁੰਦੀ। ਤੁਸੀਂ ਆਪਣੇ ਕਾਇਦ ਹੀ ਭੁੱਲ ਗਏ ਹੋ, ਸਿਰਫ ਤੇ ਸਿਰਫ ਜਨਾਬ ਆਪਣੀਆਂ ਲਾਈਵਾਂ ਚਲਾਉਣ ਵਾਸਤੇ। ਲੱਖ ਲਾਨਤ ਤੁਹਾਡੇ ਤੇ ਬਗੈਰ ਤੋਂ ਆਪਣੇ ਕਹਿੰਦੇ ਨੇ ਮੁਨਾਫਿਕ ਨੂੰ ਪਹਿਲੇ ਅੱਗੇ ਨਿਸ਼ਾਨਾ ਬਣਾਓ, ਠੀਕ ਹੈ। ਤੇ ਮੇਰਾ ਇਹ ਵਤੀਰਾ ਵੇ ਕਿ ਇਨਸ਼ਾਅੱਲਾ ਤਾਲਾ ਜਿੰਨੇ ਬੇਗੈਰਤ ਸਾਡੇ ਮੁਸਲਮਾਨ ਹੈ ਨੇ ਨਾ, ਜਿਨ੍ਹਾਂ ਨੂੰ ਬੜਾ ਸ਼ੌਕ ਹੈ ਉਹਨਾਂ ਨੂੰ ਆਪਣੀਆਂ ਮਾਵਾਂ ਭੈਣਾਂ ਪੇਸ਼ ਕਰਨ ਦਾ, ਠੀਕ ਹੈ। ਇਹ ਬਰਾਡਾਂ ਜਿਹੜੀਆਂ ਉਹਨਾਂ ਦੀਆਂ ਚਮਕਾਉਂਦੇ ਨੇ ਪਏ, ਉਹਨਾਂ ਦੀ ਵੀ ਭੈਣ ਦਾ ਘੂਸਾ ਫਿਰ ਰੰਡੀ ਦੇ ਬੱਚਿਆਂ ਦੀਆਂ ਦਾ। ਇਹ ਮੇਰੇ ਅਲਫਾਜ਼ ਜੀ ਉਹਨਾਂ ਕੰਜਰਾਂ ਵਾਸਤੇ। ਭੈਣ ਦੀ ਛੋਲੀ ਹੋਵੇ ਜਿਨ੍ਹਾਂ ਦੀ ਔਕਾਤ ਤੁਹਾਡੇ ਜੁੱਤੀਆਂ ਦੀ ਖਾਕ ਦੇ ਬਰਾਬਰ ਵੀ ਨਹੀਂ ਹੈ। ਗਸ਼ਤੀ ਦਿਓ ਬੱਚੇ, ਉਹਨਾਂ ਨੂੰ ਤੁਸੀਂ ਸਿਰ ਤੇ ਬਿਠਾਇਆ ਦਾ, ਕੰਜਰੀ ਦਿਓ ਪੁੱਤਰੋ। ਤੇ ਉੱਤੋਂ ਫਿਰ ਉਹਨਾਂ ਦੀਆਂ ਬਕਵਾਸੀਅਤ ਵੀ ਸੁਣਦੇ ਨੇ ਪਏ। ਤੁਹਾਡੇ ਮੌਲਵੀ ਤੁਹਾਡੀਆਂ ਭੈਣਾਂ ਦੇ ਕਸਮ ਨੇ, ਤੁਹਾਡੇ ਮੌਲਵੀ ਕੁੱਤੇ ਦਿਓ ਪੁੱਤਰੋ। ये बात होती है भाई, हक और सच की बात करना अपने ज़मीर की आवाज़ होती है, और मैंने कभी इनको तरजीह नहीं दी। वो हराम दा इस तरह चप्पे वो उनका रिप्लाई पता की सी नज़ीर साहब दा। व्हाट्सएप म्यूट लगा लें प्लीज। ठीक है, अच्छा जी ठीक है जी। ਉਹਨੂੰ ਉੱਡ ਕੇ ਉਲਟਾ ਪਿਆ ਤੂੰ ਉਹਨੂੰ ਕਿ ਤੂੰ ਮਰਜ਼ਈਆ ਬਕਵਾਸ ਕਰਨ ਦੇ, ਤੇਰੇ ਕੋਲ ਕੋਈ ਦਲਾਇਲ ਹੈਗਾ ਜਾਂ ਕੋਈ ਗੱਲ, ਉਹਦੀ ਗਲਤ ਗੱਲ ਨੂੰ ਵੀ ਐਕਸੈਪਟ ਕਰੀ ਜਾ ਰਹੇ। ਹਾਂਜੀ ਹਾਂਜੀ ਓਕੇ ਜੀ, ਅੱਗੇ ਦੱਸੋ ਜੀ। ਅੱਛਾ ਠੀਕ ਹੈ ਲੀਮ ਸਾਹਿਬ, ਮੈਂ ਚੁੱਪ, ਕਰੋ ਗੱਲ ਪੂਰੀ।
ਪਤਾ ਵੀ ਚੱਲ ਰਿਹਾ ਕਿ ਬਿਲਾ ਜਿਸੇ ਕੋ ਬਕਵਾਸ ਕਰਨ ਦੇ ਅਗਰ ਰੈਗੂਲਰ ਕਰਨ ਦੇ ਆ ਤੇ ਇਹਨਾਂ ਨੂੰ ਇਹੋ ਹੀ ਤੁਹਾਡੀ ਗੱਲ ਸੱਚੀ ਹੈਗੀ ਸ਼ਾਹਦ ਭਾਈ ਕਿ ਉਹਨਾਂ ਨੂੰ ਇਹ ਕਿ ਸਾਡੀ ਬਰੋਡ ਤੋਂ 5 ਜਾਂ 2-3 ਬੰਦੇ ਘੱਟ ਨਾ ਹੋ ਜਾਣ, ਸਾਡੀ ਬਰੋਡ ਹੋਰ ਤੇ ਰਹੇ ਬਸ। ਤੇ ਆਪਣੇ ਆਪ ਨੂੰ ਜ਼ਲੀਲ ਕਰਾਉਣ ਵਾਸਤੇ ਇੱਥੇ ਤੁਸੀਂ ਆ ਤੇ ਇੱਥੇ ਕੋਈ ਤਬਲੀਗ ਕਰਨ ਜਾਂ ਕੋਈ ਚੰਗੇ ਕੰਮ ਕਰਨ, ਇਹ ਤੇ ਫਿਰ ਚੰਗਾ ਕੰਮ ਨਹੀਂ, ਤੁਸੀਂ ਤੇ ਬੁਰਾਈ ਦਾ ਸਾਥ ਦੇ ਨਹੀਂ ਬੈਠੇ ਹੋਏ ਜੀ। ਯਾਰ ਆਪਣੇ ਮੁਸਲਮਾਨ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਨੇ ਤੇ ਜਨਾਬ ਅਕੀਦੇ ਇਹਨਾਂ ਦੇ ਸਾਰੇ ਮਰਜ਼ੀਆਂ ਵਾਲੇ ਨੇ। ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹੋ ਪਏ, ਇੱਕ ਬੰਦਾ ਆ ਕੇ ਮਿਰਜ਼ੇ ਨੂੰ ਜਨਾਬ ਇਹ ਵੇਖੋ ਗਸ਼ਤੀ ਦੇ ਬੱਚੇ ਨੇ ਕੀ ਲਿਖਿਆ ਦਵੇ, ਇਸ ਹਰਾਮ ਦੀ ਨਸਲ ਜਿਹੜਾ ਮਿਰਜ਼ਾ ਕੁੱਤੀ ਮਾਂ ਦਾ ਬੱਚਾ